ਸਾਹਿਬ ਜੀਓ। ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ। ਹਰਿ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ। ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਵੰਦਨਾ ਸਿਰ ਚਰਨਨ ਪਰਤਾਰ। ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਇ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਇ। ਵਾਹਿਗੁਰੂ ਸਾਹਿਬ ਜੀਓ। ਦੋਹਰਾ ਇਮ ਲਾਰ ਦਾਰਸ਼ ਕੋਹ ਬਹੁ। ਚਿਤ ਮਹਿ ਕਰਿਓ ਵਿਚਾਰ। ਕੂਰ ਪਦਾਰਥ ਹੇਤ ਮੈਂ ਕਿਆ ਕਿਆ ਕੀਏ ਉਪਚਾਰ। ਇਮ ਲਾਰ ਦਾਰਸ਼ ਕੋਹ ਬਹੁ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਸੱਤਵੇਂ ਪਾਤਸ਼ਾਹ ਸਤਿਗੁਰੂ ਹਰਿਰਾਏ ਸਾਹਿਬ ਜੀ ਦੇ ਇਤਿਹਾਸ ਦੇ ਵਿੱਚ ਜਿਵੇਂ ਸ਼ਾਹਜਹਾਂ ਦਾ ਪੁੱਤਰ ਦਾਰਸ਼ਕੋ ਸਤਿਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੂੰ ਆ ਕੇ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਮਿਲਿਆ ਜੁਲਿਆ, ਬ੍ਰਹਮ ਗਿਆਨ ਦੀ ਪ੍ਰਾਪਤੀ ਕੀਤੀ, ਬ੍ਰਹਮਵੇਤਾ ਬਣ ਕੇ ਸਤਿਗੁਰੂ ਜੀ ਦੇ ਪਾਸੋਂ ਵਿਦਾ ਹੋ ਕੇ ਚਲਿਆ ਗਿਆ। ਔਰੰਗਜ਼ੇਬ ਛੋਟੇ ਭਰਾ ਦੀ ਜਿੰਨੀ ਫੌਜ ਹੈ ਬ੍ਰਾਹਮਣ ਸਹਿਤ ਇਹਨੂੰ ਪਕੜਨ ਵਾਸਤੇ, ਗ੍ਰਿਫਤਾਰ ਕਰਨ ਵਾਸਤੇ ਪਿੱਛੇ ਚੱਲ ਰਹੀ ਹੈ। ਉਸ ਵੇਲੇ ਯੂਸੁਫ ਜਿਹੜੇ ਹੈ ਉਹਨਾਂ ਨੇ ਆ ਕੇ ਪਤਾ ਕੀਤਾ ਵੀ ਇਹ ਦਾਰਸ਼ਕੋ ਦਿੱਲੀ ਦੇ ਤਖਤ ਉੱਪਰ ਔਰੰਗਜ਼ੇਬ ਨੇ ਕਬਜ਼ਾ ਕਰ ਲਿਆ ਹੈ। ਇਹਨੂੰ ਪਕੜਨ ਵਾਸਤੇ ਫੌਜ ਆ ਰਹੀ ਹੈ ਤੇ ਹੁਣ ਨੇੜੇ ਆਈ ਹੋਈ ਹੈ। ਤੂੰ ਵੀ ਆਪਣਾ ਬੰਦੋਬਸਤ ਕਰ ਲੈ। ਸਤਿਗੁਰੂ ਹਰਿਰਾਏ ਸਾਹਿਬ ਮਹਾਰਾਜ ਅੱਗੇ ਬੇਨਤੀ ਕੀਤੀ ਇਸਨੇ ਕਿ ਮਹਾਰਾਜ ਮੇਰਾ ਮਨ ਦਾ ਖਿਆਲ ਹੈ ਵੀ ਇੱਕ ਵਾਰੀ ਲਾਹੌਰ ਵਿੱਚ ਸ਼ਹਿਰ ਵਿੱਚ ਜ਼ਰੂਰ ਪ੍ਰਵੇਸ਼ ਹੋਣਾ ਹੈ। ਇੰਨੀ ਕੁ ਮੇਰੀ ਮਦਦ ਕਰ ਦਿਓ। ਇੱਕ ਦੋ ਦਿਨ ਤੱਕ ਉਹ ਜਿਹੜੀ ਉਹਦੀ ਫੌਜ ਹੈ ਇਹ ਬਿਆਸਾ ਨਦੀ ਤੋਂ ਪਾਰ ਨਾ ਲੰਘ ਸਕੇ ਤੇ ਉਸ ਤੋਂ ਬਾਅਦ ਜਿਵੇਂ ਖੁਦਾ ਕਰੇਗਾ ਉਵੇਂ ਮਾਰਾ ਹੋ ਜਾਏਗਾ। ਸਤਿਗੁਰੂ ਜੀ ਨੇ ਕਿਹਾ ਵੀ ਤੈਨੂੰ ਡਰਨ ਦੀ ਕੀ ਲੋੜ ਹੈ, ਇੱਥੇ ਟਿਕ, ਸਾਡੇ ਕੋਲ 2200 ਘੋੜ ਸਵਾਰ ਸੂਰਵੀਰਾਂ ਦੀ ਫੌਜ ਹੈ।
ਹੁਣ ਹੀ ਮੁਕਾਬਲਾ ਜੰਗ ਕਰ ਲੈਨੇ ਆ। ਇਹ ਪ੍ਰੀਖਿਆ ਕਰਨ ਵਾਸਤੇ ਲਫ਼ਜ਼ ਕਹੇ ਸਨ। ਉਹ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਆਪ ਜੀ ਨੇ ਹੁਕਮ ਸੀ ਵੀ ਤੁਸੀਂ ਬਿਲਕੁਲ ਕੋਈ ਜੰਗ ਜੁੱਧ ਨਹੀਂ ਕਰਨਾ ਹੈ। ਪਰ ਫਿਰ ਵੀ ਆਪ ਜੀ ਵੱਲੋਂ ਇਹ ਬਚਨ ਹੋਇਆ ਸੀ ਕਿ ਮਹਾਰਾਜ ਜੇ ਵੈਰੀ ਚੜ੍ਹ ਕੇ ਆ ਜਾਏ, ਵੱਲੋਂ ਵੱਲੀ ਗੱਲ ਪਵੇ, ਫਿਰ ਤਾਂ ਦੋ ਹੱਥ ਖਾਣੇ ਠੀਕ ਹੀ ਹੈ, ਚਨੇ ਚਵਾਉਣੇ। ਪਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪ੍ਰਸੰਨ ਹੋ ਕੇ ਵਚਨ ਕਹਿ ਦਿੱਤਾ ਸੀ ਵੀ ਤੁਹਾਡੇ ਤੱਕ ਜਿਹੜਾ ਗੁਰੂ ਘਰ ਦਾ ਬੈਰੀ ਹੈ ਉਹ ਆ ਹੀ ਨਹੀਂ ਸਕੇਗਾ। ਜਿਹੜਾ ਚੜ੍ਹ ਕੇ ਆਏਗਾ ਰਸਤੇ ਵਿੱਚ ਹੀ ਕੋਈ ਨਾ ਕੋਈ ਵਿਘਨ ਪੈ ਜਾਇਆ ਕਰੇਗਾ, ਉਹ ਉੱਥੇ ਪਿੱਛੇ ਸਮਾਪਤ ਹੋ ਜਾਇਆ ਕਰੇਗਾ। ਤੇ ਇਸ ਤਰ੍ਹਾਂ ਆਪ ਜੀ ਨੂੰ ਭਾਵੇਂ ਜੰਗ ਯੁੱਧ ਦਾ ਕਰਨ ਦਾ ਹੁਕਮ ਹੈ ਨਹੀਂ ਸੀ, ਪਰ ਇਹ ਕੀ ਕਹਿੰਦਾ ਹੈ, ਅੰਦਰੋਂ ਕੀ ਇਹਦਾ ਖਿਆਲ ਹੈ, ਉਹ ਸਾਰਾ ਪਛਾਣਨ ਵਾਸਤੇ ਸਤਿਗੁਰੂ ਜੀ ਨੇ ਬਚਨ ਕਿਹਾ ਸੀ ਵੀ ਤੂੰ ਕਿਉਂ ਡਰਦਾ, ਅਸੀਂ ਤੇਰੀ ਮਦਦ ਤੇ ਹੈ। ਇਸ ਤਰ੍ਹਾਂ ਤੂੰ ਸਾਵਧਾਨ ਹੋ। 5000 ਫੌਜਾਂ ਦਾ ਦਲ ਤੇਰੇ ਕੋਲ ਹੈ, 2500 ਸਾਡੇ ਕੋਲ ਹੈਗਾ ਹੈ। ਆਸੇ ਪਾਸੇ ਤੋਂ ਸਿੱਖ ਸੂਰਵੀਰਾਂ ਨੂੰ ਅਸੀਂ ਬੁਲਾ ਲਾਂਗੇ, ਤੈਨੂੰ ਦਿੱਲੀ ਦੇ ਤਖਤ ਉੱਪਰ ਬਿਠਾ ਦੇਵਾਂਗੇ। ਪਰ ਇਹਨੇ ਕਿਹਾ ਕਿ ਮਹਾਰਾਜ ਮੈਂ ਹੁਣ ਇਹ ਜਿਹੜੀ ਪਾਤਸ਼ਾਹੀ ਹੈ ਇਹਦੀ ਕੋਈ ਬਹੁਤੀ ਚਾਹਨਾ ਨਹੀਂ ਰੱਖਦਾ, ਪਹਿਲਾਂ ਵੀ ਹੈ ਨਹੀਂ ਸੀ ਖਾਹਸ਼। ਇਹ ਤਾਂ ਜਿਹੜਾ ਸ਼ਾਹਜਹਾਂ ਹੈ ਉਸਨੇ ਮੈਨੂੰ ਜ਼ਬਰਦਸਤੀ ਵਾਰ-ਵਾਰ ਕਹਿ ਕੇ ਇਹਦੇ ਤੇ ਬਿਠਾਇਆ ਸੀ। ਇਸ ਕਰਕੇ ਝੂਠੀ ਪਾਤਸ਼ਾਹੀ ਵਾਸਤੇ ਮਾਰਾ ਮੈਂ ਕੀ ਇਹ ਪਾਪੜ ਵੇਲਨੇ, ਮੇਰੀ ਨਹੀਂ ਇੱਛਾ ਹੈ। ਇੰਨੀ ਕੁ ਮਦਦ ਕਰ ਦਿਓ ਵੀ ਜਿਹੜੀ ਫੌਜ ਆ ਰਹੀ ਇਹਨੂੰ 1-2 ਦਿਨ ਨਹੀਂ ਰੋਕ ਲਿਓ। ਗੁਰੂ ਮਹਾਰਾਜ ਨੇ ਉਸੇ ਵੇਲੇ ਬਿਆਸਾ ਨਦੀ ਦੇ ਕਿਨਾਰੇ ਉੱਪਰ ਆਪਣੀਆਂ ਸੂਰਬੀਰਾਂ ਦੀਆਂ ਫੌਜਾਂ ਸਾਵਧਾਨ ਕਰ ਦਿੱਤੀਆਂ ਤੇ ਦੂਸਰੇ ਪਾਰਲੇ ਪਾਸੇ ਨੂੰ ਤੋਪਾਂ ਦੇ ਮੂੰਹ ਕਰਕੇ ਸ਼ਲਖਾਂ ਕਰਵਾਉਣੀਆਂ ਸ਼ੁਰੂ ਕਰ ਦਿੱਤੀਆਂ। ਤੋਪਾਂ ਦੇ ਜਦੋਂ ਗੋਲੇ ਜੇ ਚੱਲੇ ਤੇ ਰੰਗ ਦੀ ਜਿਹੜੀ ਫੌਜ ਜਿਹੜੀ ਭੇਜੀ ਸੀ ਅਮਰਾਵਾ ਨੂੰ ਪਤਾ ਚੱਲਿਆ, ਭੁਲੇਖਾ ਪਿਆ ਵੀ ਅਗਲੇ ਪਾਰਲੇ ਪਾਸੇ ਦਾਰਿਸ਼ਕੋ ਸ਼ੈਂਤ ਉਤਰਿਆ ਹੋਇਆ ਹੈ। ਭੇਤ ਲੈਣ ਵਾਸਤੇ ਭੇਜੇ ਜਸੂਸ। ਉਹਨਾਂ ਨੇ ਆਖਿਆ ਦੇਖਿਆ ਵੀ ਇਹ ਤਾਂ ਗੁਰੂ ਮਹਾਰਾਜ ਦੀ ਫੌਜ ਬੈਠੀ ਹੈ। ਫਿਰ ਜਾ ਕੇ ਦੱਸਿਆ ਅਮਰਾਵਾ ਨੇ ਸਤਿਗੁਰੂ ਕੋਲ ਵਕੀਲ ਭੇਜ ਦਿੱਤੇ, ਮਹਾਰਾਜ ਤੁਹਾਡੇ ਨਾਲ ਤਾਂ ਕੋਈ ਸਾਡਾ ਹੈ ਨਹੀਂ ਬੈਰ ਭਾਵ, ਤੁਸੀਂ ਕਿਉਂ ਇਹ ਇਸ ਤਰ੍ਹਾਂ ਤਿਆਰੀ ਕੀਤੀ ਜੰਗ ਯੁੱਧ ਦੀ। ਗੁਰੂ ਮਹਾਰਾਜ ਨੇ ਅੱਗੇ ਉੱਤਰ ਰੂਪ ਵਿੱਚ ਕਿਹਾ ਵੀ ਦਿੱਲੀ ਦੀ ਪਾਤਸ਼ਾਹੀ ਪਿੱਛੇ ਰੌਲਾ ਰੱਪਾ ਪਿਆ ਭਰਾਵਾਂ ਵਿੱਚ, ਇਸ ਕਰਕੇ ਜੰਗ ਯੁੱਧ ਹੋ ਰਹੇ ਹੈ ਤੇ ਅਸੀਂ ਆਪਣੇ ਵੱਲੋਂ ਆਪਣੀ ਰੱਖਿਆ ਵਾਸਤੇ ਸਾਵਧਾਨੀ ਕੀਤੀ ਹੋਈ ਹੈ। ਇਸ ਕਰਕੇ ਐਸਾ ਹੈ। ਫਿਰ ਕਹਿਣ ਲੱਗੇ ਮਹਾਰਾਜ ਵੀ ਜਿਵੇਂ ਵੀ ਹੋਵੇ ਉਵੇਂ ਅਸੀਂ ਬਚਨ ਮੰਨਣ ਨੂੰ ਤਿਆਰ ਹਾਂ। ਗੁਰੂ ਮਹਾਰਾਜ ਨੇ ਕਿਹਾ ਵੀ ਪਹਿਲਾਂ ਸਾਡੀ ਫੌਜ ਆਪਣੇ ਥਾਂ ਟਿਕਾਣੇ ਕੀਰਤਪੁਰ ਸਾਹਿਬ ਨੂੰ ਜਾਏਗੀ, ਉਦੋਂ ਬਾਅਦ ਤੁਸੀਂ ਵੀ ਅੱਗੇ ਲੰਘਣਾ ਹੈ। ਕਿਤੇ ਐਸਾ ਨਾ ਹੋ ਜਾਏ ਆਪੋ ਵਿੱਚ ਹੀ ਦੋਵੇਂ ਪਲਟਣਾ ਫੌਜਾਂ ਲੜਕੇ ਜੰਗ ਯੁੱਧ ਵਿੱਚ ਮਰ ਮੁੱਕਣ, ਨੁਕਸਾਨ ਹੋ ਜਾਏ। ਇਸ ਤਰ੍ਹਾਂ ਸਤਿਗੁਰੂ ਦੇ ਕਹੇ ਹੋਏ ਬਚਨਾਂ ਨੂੰ ਉਹਨਾਂ ਨੇ ਖੜੇ ਮੱਥੇ ਮੰਨ ਲਿਆ ਕਿ ਮਹਾਰਾਜ ਆਪ ਸਹੀ ਸਲਾਮਤ ਜਾਓ, ਅਸੀਂ ਇੱਥੇ ਠਹਿਰ ਜਾਂਦੇ ਹਾਂ। ਇਸ ਤਰ੍ਹਾਂ ਉੱਥੇ 1-2 ਦਿਨ ਘਾਟੇ ਪੱਤਨ ਤੇ ਟਿਕਣ ਕਰਕੇ ਫਿਰ ਉਹ ਦਾਰਸ਼ਕੋ ਨੂੰ ਰਾਹ ਮਿਲ ਗਈ। ਉਹ ਇੱਧਰ ਲਾਹੌਰ ਦੇ ਵਿੱਚ ਚਲਿਆ ਗਿਆ, ਕਿਲੇ ਵਿੱਚ ਪ੍ਰਵੇਸ਼ ਹੋਇਆ। ਹੀਰੇ ਰਤਨ ਜਵਾਹਰਾਤ ਦੇ ਖਜ਼ਾਨੇ ਵਿੱਚੋਂ ਕੱਢ ਕੇ ਫਿਰ ਇੱਥੋਂ ਚੱਲਦਾ ਬਣਿਆ। ਚੱਲਦਾ ਚਾਹਲਾ ਪਹਾੜੀ ਰਸਤੇ ਅੱਗੇ ਮੁਲਤਾਨ ਵਿੱਚ ਚਲਿਆ ਗਿਆ, ਮੁਲਤਾਨ ਤੋਂ ਅੱਗੇ ਯੂਨਾਨ ਵੱਲ ਨੂੰ ਚਲਿਆ ਗਿਆ। ਉਧਰ ਜਦੋਂ ਫੌਜਾਂ ਦੀਆਂ ਗਈਆਂ ਰੰਗਜੇਬ ਦੀਆਂ, ਫਿਰ ਮੁਕਾਬਲਾ ਆਮੋ ਸਾਹਮਣੇ ਹੋਇਆ। ਉਹ ਜੰਗ ਯੁੱਧ ਦਾ ਪ੍ਰਸੰਗ ਆਪਾਂ ਕੱਲ ਸਾਰਾ ਸੁਣਿਆ ਸੀ। ਅਖੀਰੀ ਜਿਵੇਂ ਦਾਰਸ਼ਕੋ ਨੇ ਮਨ ਵਿੱਚ ਵਿਚਾਰ ਕੇ ਇਹ ਕਾਹਦੇ ਲਈ ਲੜਨਾ ਭਿੜਨਾ ਹੈ,
पातशाही पे से क्यों लड़ना है? ये तो किस्म अनुसार आ जाती है, चली जाती है दुनिया दे राज भाग पातशाहियां। असली जी परलोक की पातशाही है अमर अचल पदवी वाली, ਉਹਦੇ ਤੇ ਮੈਨੂੰ ਨਿਗਾਹ ਰੱਖਣੀ ਚਾਹੀਦੀ। ਉਹ ਗੁਰੂ ਮਹਾਰਾਜ ਨੇ ਬਖਸ਼ੀ ਦਿੱਤੀ ਅਗਲੀ ਅਟਲ ਪਾਤਸ਼ਾਹੀ। ਇਸ ਤਰ੍ਹਾਂ ਦਾ ਖਿਆਲ ਜਾ ਕਰਕੇ ਜਿਵੇਂ ਜੰਗ ਛੱਡ ਕੇ ਫਿਰ ਇੱਧਰ ਸਰਹੰਦ ਖਰੜ ਵੱਲੀ ਆ ਕੇ ਤਕੀਏ ਵਿੱਚ ਬੈਠ ਗਿਆ ਸੀ। ਇੱਥੇ ਆ ਕੇ ਜਿਵੇਂ ਆਪਣੀ ਮਸਤੀ ਵਿੱਚ ਉੱਚੀ ਉੱਚੀ ਬੋਲਣ ਲੱਗ ਪਿਆ ਸੀ ਵੀ ਇਹ ਬਈ ਆ ਦਾਰਸ਼ਕੋ ਦਾ ਸਰੀਰ ਹੈ, ਜੇ ਕਿਸੇ ਨੂੰ ਪਕੜਨਾ ਮਾਰਨਾ ਮਾਰ ਲਓ। ਇਹ ਹੁਣ ਦਾਰਸ਼ਕੋ ਮਰਨ ਤੋਂ ਨਹੀਂ ਡਰਦਾ ਡੁਰਦਾ ਹੈ। ਇਸ ਤਰ੍ਹਾਂ ਦੀ ਗੱਲਬਾਤ ਸੁਣ ਕੇ ਜਿਵੇਂ ਔਰੰਗਜ਼ੇਬ ਦੀ ਫੌਜ ਨੇ ਆ ਕੇ ਇਹਨੂੰ ਤਕੀਏ ਵਿੱਚੋਂ ਪਕੜ ਲਿਆ, ਗ੍ਰਿਫਤਾਰ ਕਰ ਲਿਆ ਸੀ ਤੇ ਦਿੱਲੀ ਜਾ ਕੇ ਫਿਰ ਇਹਨੂੰ ਮਰਵਾ ਦਿੱਤਾ ਸੀ। ਉਹ ਜਿਵੇਂ ਜੰਗ ਤੋਂ ਬਾਅਦ ਇਹਨੂੰ ਮਰਵਾਇਆ ਔਰੰਗਜ਼ੇਬ ਨੇ ਫਤਵਾ ਲਵਾ ਕੇ। ਉਹ ਅੱਜ ਦੇ ਦੀਵਾਨ ਵਿੱਚ ਸਾਰਾ ਪ੍ਰਸੰਗ ਖੋਲ ਆ ਰਿਹਾ ਹੈ। ਉਹ ਜਿਵੇਂ ਵੀ ਆਉਂਦਾ ਸੀ ਸੁਣੀਏ ਜੀ। ਇਮਲਾਰ ਦਾਰਸ਼ ਕੋਹ ਬਹੁ, ਇਸ ਔਰੰਗਜ਼ੇਬ ਦੀ ਫੌਜ ਦੇ ਨਾਲ ਦਾਰਸ਼ਕੋ ਨੇ ਬਹੁਤਾ ਲੜ ਪਿੜ ਕੇ ਲੜਾਈ ਕਰਕੇ ਚਿਤ ਮਹਿ ਕਰਿਓ ਵਿਚਾਰ। ਵੀਰ ਕਹਿੰਦੇ ਆਪਣੇ ਚਿੱਤ ਸੋਚ ਵਿਚਾਰ ਕੀਤਾ ਇਸਨੇ। ਪੂਰ ਪਦਾਰਥ ਹੇਤ ਮੈਂ, ਕਹਿੰਦੇ ਆ ਜਿਹੜੇ ਝੂਠੇ ਦੁਨੀਆ ਦੇ ਪਦਾਰਥ ਉਹਨਾਂ ਦੇ ਹੇਤ ਕੀਏ ਵਾਸਤੇ ਮੈਨੇ ਕਿਆ ਕਿਆ ਕੀਏ ਉਪਚਾਰ। ਕੀ ਵੇਖ ਲੋ ਮੈਂ ਯਤਨ ਜੇ ਕੀਤੇ ਲੜਾਈਆਂ ਕੀਤੀਆਂ ਹਨ, ਹੋਰਾਂ ਫੌਜਾਂ ਇਕੱਠੀਆਂ ਕੀਤੀਆਂ ਹਨ। ਅਮਰਾਵਾ ਨੂੰ ਆਪਣੇ ਬਲ ਦਾ ਕੋਈ ਇਹ ਮਾਇਆ ਦੇ ਕੇ ਅਹੁਦੇ ਦੇ ਕੇ ਨਾਮ ਦੇ ਕੇ ਆਪਣੇ ਬਲ ਦੇ ਕੀਤਾ ਹੈ। ਕਿਹੋ ਜਿਹੇ ਮੈਂ ਯਤਨ ਜੇ ਕੀਤੇ ਹਨ। ਚੌਪਈ ਨੀਕੇ ਹੈ ਇਨਕੋ ਹਿਤ ਤਿਆਗਨ। ਆ ਜਿਹੜੇ ਪਾਤਸ਼ਾਹੀ ਦੇ ਕਹਿੰਦੇ ਪਦਾਰਥ ਜੇ ਹਨ, ਇਹਨਾਂ ਨੂੰ ਕਹਿੰਦੇ ਜਿਹੜਾ ਤਿਆਗ ਦੇਣਾ ਹੈ ਇਹ ਮੇਰੇ ਵਾਸਤੇ ਬੜਾ ਚੰਗਾ ਹੈ। ਗੁਰੂ ਬਹੁਤ ਜੁਤ ਜਤਨ ਅਰਾਧਨ। ਇਹ ਕਹਿੰਦੇ ਪਾਤਸ਼ਾਹੀ ਦੇ ਪਦਾਰਥਾਂ ਵਾਸਤੇ ਯਤਨ ਨਾ ਬਹੁਤੇ ਯਤਨਾ ਸਹਿਤ ਬਹੁਤੇ ਹੀਲੇ ਕਰਕੇ ਅਰਾਧਨਾ, ਇਹਨੂੰ ਬਾਰ ਯਾਦ ਕਰਨਾ ਹੈ ਵੀ ਇਹ ਪਾਤਸ਼ਾਹੀ ਮਿਲੇ, ਇਹਦੇ ਬੈਠ ਕੇ ਆਨੰਦ ਲਈਏ। ਇਹ ਤਾਂ ਬੜਾ ਬਹੁਤ ਬੁਰਾ ਮੇਰੇ ਲਈ। ਕਰੇ ਉਪਾਵ ਹਾਥ ਨਹਿ ਆਵੇ। ਜੇ ਵੇਖ ਮਨੁੱਖ ਰਾਜ ਭਾਗ ਦੇ ਵਾਸਤੇ ਉਪਰਾਲੇ ਹੀਲੇ ਕਰੇ, ਇਹ ਦੁਨੀਆ ਦੀ ਪਾਤਸ਼ਾਹੀ ਹੱਥ ਵਿੱਚ ਨਹੀਂ ਆਉਂਦੀ ਹੁੰਦੀ ਹੈ। ਪਰਾ ਲਬਦ ਪਰ ਮਨ ਸੋ ਟਿਕਾਵੇ ਹੈ। ਇਸ ਕਰਕੇ ਜਿਹੜੀ ਆਪਣੀ ਪਰਾ ਲਬਦ ਆਪਣੀ ਕਿਸਮਤ ਉਹਦੇ ਉੱਪਰ ਹੀ ਆਪਣੇ ਮਨ ਨੂੰ ਟਿਕਾਉਣਾ ਚਾਹੀਦਾ ਹੈ। ਜੋ ਕਿਸਮਤ ਵਿੱਚ ਲਿਖਿਆ ਉਹ ਮਿਲ ਹੀ ਜਾਣਾ ਸਹਿਜੇ। ਸਤਿ ਆਤਮਾ ਕਰੋ ਵਿਚਾਰ। ਇਸ ਕਰਕੇ ਬਈ ਇਹ ਖਹਿੜਾ ਛੱਡ ਕੇ ਨਾ ਪਾਤਸ਼ਾਹੀ ਦਾ ਮੇਰਾ ਜਿਹੜਾ ਆਤਮਾ ਸਤ ਸਰੂਪ ਹੈ ਉਹਦੀ ਮੈਂ ਵਿਚਾਰ ਕਰਾਂ ਹਮੇਸ਼ਾ। ਜੋ ਸਭ ਬੰਦ ਵਿਨਾਸ਼ਨ ਕਾਰਨ। ਜਿਹੜਾ ਮੇਰਾ ਆਤਮਾ ਪਰਮਾਤਮਾ ਰੂਪ ਹੈ, ਸਾਰੇ ਮੋਹ ਮਮਤਾ ਦੇ ਬੰਧਨਾਂ ਨੂੰ ਨਿਮਰਤ ਕਰਨ ਦੇ ਯੋਗ ਹੈ, ਲਾਇਕ ਹੈ, ਸਮਰੱਥ ਹੈ। ਸੰਤਨ ਹਿਤ ਬਹੁ ਕਰੇ ਉਪਾਏ। ਔਰ ਦਿੱਲੀ ਦੀ ਪਾਤਸ਼ਾਹੀ ਵਾਸਤੇ ਬਥੇਰੇ ਮੈਂ ਉਪਰਾਲੇ ਹੀਲੇ ਕੀਤੇ, ਕਿਤੇ ਮੁਰਾਦ ਬਖਸ਼ ਨੂੰ ਉਧਰੋਂ ਗੁਰਾਤ ਨੂੰ ਨਾ ਆ ਜਾਏ, ਉਧਰ ਜੈ ਸਿੰਘ ਨੂੰ ਭੇਜਿਆ, ਉਧਰ ਔਰੰਗਜ਼ੇਬ ਨਾ ਆ ਜਾਏ, ਜਸਵੰਤ ਸਿੰਘ ਰਾਜੇ ਨੂੰ ਭੇਜਿਆ। ਇਸ ਤਰ੍ਹਾਂ ਪਾਤਸ਼ਾਹੀ ਵਾਸਤੇ ਮੈਂ ਬੜੇ ਹੀਲੇ ਜੇ ਕੀਤੇ ਹਨ। ਪਰਾ ਲਬਦ ਬਿਨ ਕਿਮ ਕਾਰ ਆਏ। ਪਰ ਜੇ ਪਰਾ ਲਬਦ ਵਿੱਚ ਨਾ ਲਿਖਿਆ ਹੋਵੇ, ਕਿਸਮਤ ਵਿੱਚ ਨਾ ਲਿਖਿਆ ਹੋਵੇ, ਫਿਰ ਪਾਤਸ਼ਾਹੀ ਭਲਾ ਕਿਵੇਂ ਹੱਥ ਵਿੱਚ ਆ ਜਾਂਦੀ ਹੈ। ਅਬ ਨਿਰਵੈਰ ਹੋਏ ਮੈਂ ਫਿਰਾਂ। ਇਸ ਕਰਕੇ ਹੁਣ ਮੈਂ ਪਾਤਸ਼ਾਹੀ ਦਾ ਖਿਆਲ ਛੱਡ ਕੇ ਬਿਨਾਂ ਬੈਰ ਤੋਂ ਹੋ ਕੇ ਨਿਰਵੈਰ ਹੋ ਕੇ ਵਿਚਰਾਂ ਫਿਰਾਂ।
ਤੈ ਗਿਰ ਮੈਂ ਬਸ ਤਪ ਕੋ ਕਰੂੰ। ਜਾਂ ਕਿਸੇ ਕਹਿੰਦੇ ਪਹਾੜ ਦੇ ਵਿੱਚ ਰਹਿ ਕੇ ਤੇ ਉੱਥੇ ਮੈਂ ਕੋਈ ਤਪੱਸਿਆ ਕਰਾਂ, ਜੋਹਰ ਕਰਾਂ, ਖੁਦਾ ਦੀ ਬੰਦਗੀ ਕਰਾਂ। ਇਮ ਨਿਸਚੈ ਕਰ ਸਭ ਕਿਛ ਤਿਆਗਾ। ਇਸ ਤਰ੍ਹਾਂ ਮਨ ਦੇ ਚ ਪੱਕਾ ਯਕੀਨ ਕਰਕੇ ਦਰਸ਼ਕੋ ਨੇ ਸਭ ਕੁਛ ਹੀ ਛਡਾ ਦਿੱਤਾ। ਲਸ਼ਕਰ ਜਿਤਕ ਹੁਤੋ ਸੰਗ ਲਾਗਾ। ਜਿੰਨਾ ਕੁ 5000 ਦਲ ਇਹਦੇ ਨਾਲ ਲੱਗਿਆ ਹੋਇਆ ਸੀ, ਜਾ ਰਿਹਾ ਸੀ, ਉਹਦਾ ਵੀ ਖਹਿੜਾ ਇਸਨੇ ਛੱਡ ਦਿੱਤਾ ਹੈ। ਸਭ ਹਿਨ ਕੋ ਦੈ ਮੁਕਤਾ ਹੀਰ। ਜਿੰਨੇ ਨੇ ਕਹਿੰਦੇ ਦਿੱਲੀ ਦੇ ਖਜ਼ਾਨੇ ਵਿੱਚੋਂ, ਲਾਹੌਰ ਦੇ ਖਜ਼ਾਨੇ ਵਿੱਚੋਂ ਮੋਤੀ, ਹੀਰੇ, ਪੰਨੇ ਜਾਂ ਮਾਇਆ ਕੱਢੀ ਸੀ, ਮੋਹਰਾਂ ਕੱਢੀਆਂ, ਸਭ ਕਹਿੰਦੇ ਉਹ 5000 ਦਲ ਫੌਜ ਨੂੰ ਕਹਿੰਦੇ ਦੇ ਦਿੱਤਾ ਹੈ। ਕਰੇ ਵਿਸਰਜਨ ਬਲੀ ਸੋਬੀਰ। ਜਿਹੜੇ ਤਕੜੇ ਬੜੇ ਸੂਰਵੀਰ ਸੀ ਉਹ ਸਾਰਿਆਂ ਨੂੰ ਮਾਇਆ, ਮੋਹਰਾਂ, ਜਵਾਰ, ਪੰਨੇ ਦੇ ਕੇ ਵਿਦਿਆ ਕਰ ਦਿੱਤਾ ਹੈ। ਜਥਾ ਜੋਗ ਸਭ ਕੋ ਦੇ ਮੋਦ। ਜਿਵੇਂ ਕਿਸੇ ਦੀ ਯੋਗਤਾ ਸੀ ਉਹੇ ਜਾਂ ਮਾਨ ਸਤਕਾਰ ਮਾਇਆ ਦੇ ਕੇ ਉਹਨੂੰ ਖੁਸ਼ੀ ਦਿੱਤੀ ਹੈ, ਪ੍ਰਸੰਨਤਾ ਪ੍ਰਸੰਨ ਕੀਤਾ ਹੈ। ਦੀਏ ਖਿੰਡਾਏ ਚਾਰੂ ਕੋਦ। ਜਿਹੜੇ ਚਾਰੇ ਤਰਫੀਆਂ ਬਾਡੀਗਾਰਡ ਬਣ ਕੇ ਪਹਿਰਾ ਦਿੰਦੇ ਦੀ ਰੱਖਿਆ ਕਰਿਆ ਕਰਦੇ, ਸਾਰਿਆਂ ਨੂੰ ਕਹਿੰਦੇ ਖੰਡਾ ਦਿੱਤਾ ਵੀ ਹੁਣ ਤੁਸੀਂ ਜਾਓ ਆਪਣੇ ਘਰੋਂ ਕਰੀ, ਆ ਲੋ ਮਾਇਆ, ਮੋਹਰਾਂ, ਜਵਾਰ, ਹੀਰੇ ਤੇ ਮੋਜਾਂ ਲੁੱਟੋ। ਇੱਕ ਨਫਰ ਕੋ ਰਾਖਿਓ ਸੰਗ। ਸਿਰਫ ਕਹਿੰਦੇ ਇੱਕ ਜਿਹੜਾ ਖਾਸ ਨੌਕਰ ਸੀ ਨਾ, ਉਹ ਆਪਣੇ ਕੋਲ ਰੱਖਿਆ ਹੀ ਰੋਟੀ ਪਾਣੀ ਵਾਸਤੇ, ਰਸੋਈਏ ਵਜੋਂ। ਤਿਆਗਿਓ ਸ਼ਾਹ ਬੇਸ ਜੋ ਅੰਗ। ਜਿਹੜਾ ਸਰੀਰ ਤੇ ਪਾਰਸ਼ਾਂ ਵਾਲਾ ਕਹਿੰਦੇ ਲਿਬਾਸ ਜਾ ਧਾਰਿਆ, ਜਾਨੀ ਪਾਰਸ਼ੀ ਪੁਸ਼ਾਕ ਜੀ ਪਹਿਨੀ ਹੋਈ ਸੀ, ਸੀਸ ਤੇ ਕਰਗੀ ਲਾਉਣੀ, ਜਿਗਾ ਲਾਉਣੀ, ਇਸ ਤਰ੍ਹਾਂ ਬਣ ਠਣ ਕੇ ਚੋੜਾ ਜਾ ਪਾ ਕੇ ਰੱਖਣਾ, ਉਹ ਸਾਰਾ ਪਾਤਸ਼ਾਹੀ ਲਿਬਾਸ ਇਸਨੇ ਲਾ ਕੇ ਛੱਡ ਦਿੱਤਾ, ਪਰੇ ਕਰ ਦਿੱਤਾ ਹੈ। ਚਾਹਿਓ ਪਰਬਤ ਬਾਸੀ ਹੋਏ। ਹੁਣ ਇਸ ਤਰ੍ਹਾਂ ਚਾਹਿਆ ਵੀ ਮੈਂ ਪਹਾੜਾਂ ਦੇ ਵਿੱਚ ਜਾ ਕੇ ਬਸਾਂ, ਪਹਾੜਾਂ ਵਿੱਚ ਰਹਾਂ। ਭੋਗਹਿ ਪਾਰਾ ਲਬਦ ਤਨ ਜੋਏ। ਜਿਹੜੀ ਇਹ ਸਰੀਰ ਦੀ ਕਹਿੰਦੇ ਉਪਰਾ ਲਬਦ ਲਿਖੀ ਆ, ਦੁੱਖ ਸੁੱਖ ਭੋਗਣੇ ਲਿਖਿਆ ਕਰਮ ਵਿੱਚ, ਉੱਥੇ ਪਹਾੜਾਂ ਵਿੱਚ ਜਾ ਕੇ ਦੁੱਖ ਸੁੱਖ ਭੋਗ। ਚੱਲ ਬਹੁ ਦੇਸ਼ ਉਲੰਘਨ ਕਰਿਓ। ਇਸ ਤਰ੍ਹਾਂ ਕਹਿੰਦੇ ਚਲਦਾ ਹੋਇਆ ਉਧਰ ਯੂਨਾਨ ਵੱਲੋਂ ਬਹੁਤੇ ਇਲਾਕਿਆਂ ਦੇਸ਼ਾਂ ਨੂੰ ਇਹਨੇ ਲੰਘਣਾ ਕੀਤਾ ਹੈ। ਆਨ ਪੁਆਧ ਵਿਖੇ ਪੁੰਨ ਭਰਿਓ। ਇਸ ਤਰ੍ਹਾਂ ਕਹਿੰਦੇ ਜਿਹੜਾ ਪੁਆਧ ਦਾ ਇਲਾਕਾ ਹੈ, ਇਧਰ ਆ ਵੜਿਆ, ਖਰੜ ਤੇ ਸਰਹੰਦ ਵੱਲੀ ਆ ਗਿਆ ਹੈ। ਉਤੋ ਦਾਇਰਾ ਪਿਖ ਇੱਕ ਗ੍ਰਾਮ। ਇੱਕ ਪਿੰਡ ਦੇ ਵਿੱਚ ਇਹਨੇ ਦੇਖਿਆ, ਕਹਿੰਦੇ ਇਸ ਤਰ੍ਹਾਂ ਉਹ ਤਕੀਆ ਜਾ ਬਣਿਆ ਹੋਇਆ ਹੈ, ਜਿਵੇਂ ਮੁਸਲਮਾਨਾਂ ਦਾ ਇੱਥੇ ਵੀ ਆ ਝੰਡਾ ਪੱਤੀ ਵਿੱਚ ਤਕੀਆ ਜਾ ਬਣਿਆ ਮੀਰਾ ਸ਼ਾਹ ਦਾ, ਇਸ ਤਰ੍ਹਾਂ ਦਾ ਕਹਿੰਦੇ ਉਹ ਤਕੀਆ ਜਾ ਬਣਿਆ ਹੋਇਆ ਸੀ। ਉਤਰਿਓ ਤਾਹਾਂ ਕਰਨ ਬਿਸਰਾਮ। ਤੇ ਤਕੀਏ ਦੇ ਵਿੱਚ ਕਹਿੰਦੇ ਥੋੜਾ ਬਹੁਤਾ ਆਰਾਮ ਜਾ ਕਰਨ ਵਾਸਤੇ ਦਰਸ਼ਕੋ ਉਤਰ ਪਿਆ ਹੈ। ਹਾਏ ਲਗਾਏ ਹਿਤ ਭੋਜਨ ਤਿਆਰੀ। ਫਿਰ ਕਹਿੰਦੇ ਘੋੜੇ ਨੂੰ ਇੱਕ ਪਾਸੇ ਲਗਾ ਦਿੱਤਾ, ਬੰਨ ਦਿੱਤਾ ਤੇ ਭੋਜਨ ਤਿਆਰ ਕਰਨ ਦੀ ਤਿਆਰੀ ਕੀਤੀ ਇਸਨੇ। ਕਰਤ ਭਏ ਆਨਿਓ ਢਿਗ ਬਾਰੀ। ਹਾਂ ਕਹਿੰਦੇ ਤਿਆਰੀ ਕਰਨ ਲੱਗੇ, ਸਭ ਤੋਂ ਪਹਿਲਾਂ ਆਪਣੇ ਕੋਲ ਪਾਣੀ ਲਿਆਂਦਾ ਹੈ। ਪਾਵਕ ਦਈ ਜਾਰਬੇ ਕਾਰਨ। ਜਿਹੜਾ ਨੌਕਰ ਸੀ ਨਾ ਨਾਲ, ਉਹਨੇ ਪਿੰਡ ਵਿੱਚੋਂ ਅੱਗ ਜੀ ਲਿਆ ਦਿੱਤੀ ਹੈ, ਲੈ ਵੀ ਤੂੰ ਇਹਦੇ ਨਾਲ ਅੱਗ ਬਾਲ। ਨਫਰ ਸੋ ਈਂਦਨ ਲੱਗਿਓ ਨਿਹਾਰਨ। ਇਹਨਾਂ ਤਾਂ ਕਹਿੰਦੇ ਅੱਗ ਬਾਲਣ ਲਾ ਦਿੱਤਾ। ਜਿਹੜਾ ਨੌਕਰ ਸੀ ਇਧਰੋਂ ਉਧਰੋਂ ਕਹਿੰਦੇ ਲੱਕੜਾਂ ਜੀਆਂ ਵੇਖਣ ਲੱਗਿਆ ਵੀ ਸੁੱਕੀਆਂ ਕਰਕੇ ਇਕੱਠੀਆਂ ਕਰਕੇ ਲਿਆਵਾਂ। ਦਾਰਸ਼ ਕੋਹ ਫੂਕ ਜਬ ਮਾਰੀ। ਹਾਂ ਬਾਰਿਸ਼ ਕੋ ਨੇ ਜਦੋਂ ਅੱਗ ਜੀ ਬਾਲਣ ਵਾਸਤੇ ਫੂਕ ਜੀ ਮਾਰੀ ਹੈ। ਪਰੀ ਰਾਖ ਉਪਰ ਮੁਖ ਦਾਰੀ। ਕਹਿੰਦੇ ਮੂੰਹ ਦੇ ਉੱਪਰ ਵੀ ਦਾੜੇ ਉੱਪਰ ਕਹਿੰਦੇ
बड़ी भारी स्वाह जी आ पई है। जारी गई न जानत जारन। हाँ फूका जिया मारदा किते अग तां बाली नहीं सी इहने मसीह छकदा सी, इस करके कहंदे अग किते बाली नहीं सी, फूका मार मार के स्वाह जी मूंह सिर ते पा लई है ते फिर भी अग बाली नहीं गई। इस ਤੋਂ ਤਹ ਫਕੀਰ ਨੇ ਕਰਿਓ ਨਿਹਾਰਨ। ਉੱਥੇ ਤਕੀਏ ਦੇ ਵਿੱਚ ਕੋਈ ਕਾਮਲ ਫਕੀਰ ਬੈਠਾ ਸੀ, ਉਸਨੇ ਦਾਰਸ਼ਕੋ ਨੂੰ ਅਗ ਬਾਲਦਾ ਦੇਖਿਆ ਹੈ। ਆਤਸ਼ੈ ਭਾਗਵਾਨ ਨਰ ਕੋਈ। ਉਹ ਫਕੀਰ ਵੇਖਦਾ ਵੀ ਇਹ ਤਾਂ ਬਹੁਤ ਚੰਗਾ ਕੋਈ ਭਾਗਸ਼ਾਲੀ ਮਨੁੱਖ ਹੈ। ਦੀਰਘ ਮਸਤਕ ਦੀਪਤ ਜੋਈ। ਇਹਦਾ ਮੱਥਾ ਬੜਾ ਭਾਰੀ ਚਮਕਦਾ ਦਬਤ ਨੂਰਾਨੀ ਚਿਹਰਾ ਹੈ। ਦੇਖਤ ਜਾਣਿਓ ਜਾਏ ਸੁਚੀਲਾ। ਹਾਂ ਦੇਖ ਕੇ ਜਾਣ ਲਿਆ ਵੀ ਇਹ ਤਾਂ ਚੰਗੇ ਸੁਭਾਅ ਵਾਲਾ ਕੋਈ ਪੁਰਸ਼ ਹੈ, ਸਿਆਣਾ ਹੈ, ਸੂਝਵਾਨ ਹੈ। ਰੂਪ ਛਬੀਲਾ ਰਿਦਾ ਗਹੀਲਾ। ਇਹਦਾ ਰੂਪ ਵੀ ਸਰੂਪ ਵੀ ਬੜਾ ਛਵੀ ਵਾਲਾ, ਸੋਭਾ ਵਾਲਾ, ਹਿਰਦਾ ਵੀ ਬੜਾ ਕਹਿੰਦੇ ਗਹਿਰ ਗੰਭੀਰ ਹੈ, ਡੂੰਘੇ ਹੈ, ਡੂੰਘਾਈ ਵਾਲਾ, ਦੂਰ ਉਦੇਸ਼ ਹੈ। ਇਤਨੇ ਵਿਖੇ ਨਫਰ ਸੋ ਆਵਾ। ਕਿਉਂ ਫਕੀਰ ਦੇਖ ਦੇਖ ਕੇ ਹੋ ਜੇ ਅਨੁਮਾਨ ਲਾ ਰਿਹਾ, ਇਧਰੇ ਫੂਕਾਂ ਮਾਰ ਮਾਰ ਕੇ ਅੱਗ ਬਾਲਣ ਦੀ ਕੋਸ਼ਿਸ਼ ਕਰਨ ਲੱਗਿਆ। ਉਧਰੋਂ ਕਹਿੰਦੇ ਲੱਕੜਾਂ ਜੀਆਂ ਇਕੱਠੀਆਂ ਕਰਕੇ ਨੌਕਰ ਆ ਗਿਆ ਕੋਲ। ਭਸਮ ਸਮਛ ਪਰ ਪਿਖ ਮੁਰਝਾਵਾ। ਦਾਰਸ਼ਕੋ ਦੇ ਮੂੰਹ ਦੇ ਉੱਪਰ ਦਾੜੀ ਦੇ ਉੱਪਰ ਸੁਆਹੀ ਸਾਜੀ ਪਈ ਵੇਖ ਕੇ ਬਹੁਤ ਕਹਿੰਦੇ ਮੁਰਝਾ ਗਿਆ, ਬਹੁਤ ਉਰਾਸ ਜਾ ਹੋ ਗਿਆ। ਦੁਖਿਓ ਅਦਕ ਹੀ ਗਿਣਤ ਦੁਹੇਲਾ। ਹਾਂ ਕਹਿੰਦੇ ਇਸ ਤਰ੍ਹਾਂ ਬਹੁਤਾ ਦੁਖੀ ਜਾ ਦੇਖ ਕੇ ਦਾਰਸ਼ਕੋ ਨੂੰ ਤੇ ਬਹੁਤ ਹੀ ਆਪ ਕਹਿੰਦੇ ਵਿਚਾਰ ਕਰਦਾ ਦੁਖੀ ਹੋਇਆ ਹੈ। ਅਖਿਲ ਬੈਸ ਜੋ ਰਹਿਓ ਸੁਹੇਲਾ। ਦੇਖੋ ਇਹ ਜਿਹੜਾ ਦਾਰਸ਼ਕੋ ਸੀ ਸਾਰੀ ਉਮਰ ਜਿਹੜਾ ਬੜਾ ਭਾਰੀ ਕਹਿੰਦੇ ਸੌਖਾ ਰਿਹਾ ਸੀ। ਸਕਲ ਮੁਲਖ ਕੀ ਮੁੱਲ ਤਨ ਵਾਰੋ ਸਲਤਨ ਵਾਰੋ। ਸਾਰੇ ਦੁਨੀਆ ਭਰ ਦੀ ਜਿੰਨੀ ਪਾਤਸ਼ਾਹੀ ਉਹ ਪਾਤਸ਼ਾਹੀ ਵਾਲਾ ਸੀ, ਇਹ ਪਾਤਸ਼ਾਹ ਹੈ। ਗਨ ਅਵਨੀ ਪਤ ਕਰਤ ਜੁਹਾਰ। ਜਿੰਨੇ ਸਾਰੇ ਧਰਤੀ ਦੇ ਮਾਲਕ ਰਾਜੇ ਹੈ, ਸਭ ਦਾਰਸ਼ਕੋ ਨੂੰ ਆ ਕੇ ਨਮਸਕਾਰਾਂ ਕਰਦੇ ਹੁੰਦੇ ਸੀ। ਜਹ ਕਹਿ ਹੁਕਮ ਜਾਹਿ ਕੋ ਮਾਨੈ। ਜਿੱਥੇ ਕਿੱਥੇ ਵੀ ਜਿਸ ਦਾਰਸ਼ਕੋ ਦਾ ਹੁਕਮ ਮੰਨਿਆ ਜਾਂਦਾ ਸੀ, ਰਾਜਿਆਂ ਮਹਾਰਾਜਿਆਂ ਮਰਾਵਾਂ ਵੱਲੋਂ ਕਹਾ ਲਗ ਮਹਿਦ ਮਹਾਨੈ। ਤਿਕਰ ਕਹੀਏ ਜਿਹੜੇ ਮਹਾਨ ਤੋਂ ਮਹਾਨ ਰਾਜੇ ਸੀ, ਸਭ ਇਹਦੀ ਆਗਿਆ ਵਿੱਚ ਚਲਦੇ ਹੁਕਮ ਮੰਨਦੇ ਸਨ। ਸੋ ਇਕਾਂਕੀ ਪਾਵਕ ਜਾਰਤ। ਅੱਜ ਕਹਿੰਦੇ ਦਾਰਸ਼ਕੋ ਕਿਹੋ ਜੇ ਹਾਲ ਵਿੱਚ ਅੱਜ ਕੱਲਾ ਕਹਿੰਦੇ ਅੱਗ ਬਾਲ ਰਿਹਾ ਹੈ। ਬਦਨ ਸਮੀਪ ਫੂਕ ਕੋ ਮਾਰਤ। ਕਹਿੰਦੇ ਅੱਗ ਦੇ ਨੇੜੇ ਜੇ ਕਰਕੇ ਨਾ ਮੂੰਹ ਨੂੰ ਫੂਕਾਂ ਜੀਆਂ ਮਾਰੀ ਜਾਂਦਾ, ਅੱਗ ਨੀ ਇਹ ਤੋਂ ਬਲਦੀ ਹੈ। ਕਿਹੋ ਜਿਹਾ ਬੁਰਾ ਹਾਲ ਹੋਇਆ ਪਿਆ। ਦੀਰਘ ਸਮਛ ਭਸਮ ਪਰ ਰਹੀ। ਦੇਖੋ ਕਹਿੰਦੇ ਇਹ ਬੜੀ ਭਾਰੀ ਜਿਹੜੀ ਸੁਆਹ ਜੀ ਹੈ ਦਾੜੀ ਵਿੱਚ ਤੇ ਮੂੰਹ ਉੱਪਰ ਕਹਿੰਦੇ ਪੈ ਰਹੀ ਹੈ। ਚਿਤ ਮਹਿ ਕਿਛ ਦੁਖ ਪਾਵਤ ਨਹੀਂ। ਇਉਂ ਬੁਰਾ ਹਾਲ ਹੋਇਆ ਪਿਆ ਦਾਰਸ਼ਕੋ ਦਾ, ਫਿਰ ਵੀ ਚਿਤ ਵਿੱਚ ਕਹਿੰਦੇ ਕਿਸ ਤਰ੍ਹਾਂ ਵੀ ਕੋਈ ਉਹ ਦੁੱਖ ਨਹੀਂ ਪਾ ਰਿਹਾ ਹੈ। ਕਰਤ ਫਕੀਰਨ ਕੀ ਨਿਤ ਸੰਗਤ। ਜਿਹੜੇ ਬੜੇ ਬੜੇ ਫਕੀਰ ਸੀ ਨਾ, ਉਹਨਾਂ ਦੀ ਹਮੇਸ਼ਾ ਸੰਗਤ ਕਰਦਾ ਰਹਿੰਦਾ ਸੀ। ਸੁਨਤ ਬਚਨ ਬਹੁ ਬੈਠੈ ਪੰਗਤ। ਉਹਨਾਂ ਦੀ ਪੰਗਤ ਵਿੱਚ ਸਭਾ ਵਿੱਚ ਬੈਠ ਕੇ ਉਹ ਫਕੀਰਾਂ ਦੇ ਬਚਨ ਸੁਣਦਾ ਰਹਿੰਦਾ ਸੀ ਜ਼ਿਆਦਾ। ਬਰਜ ਰਹੇ ਕਹਿ ਨਰ ਸਿਆਣੇ। ਦੇਖ ਲੋ ਇਹ ਦਾਰਸ਼ਕੋ ਨੂੰ ਜਿਹੜੇ ਰਾਜਨੀਤਿਕ ਸਿਆਣੇ ਪੁਰਸ਼ ਵੇਖ ਕੇ ਰੋਕ ਰਹੇ, ਕਹਿ ਕੇ ਹੱਕ ਗਏ। ਹਾਨ ਲਾਭ ਲਖ ਕਹਿਓ ਨ ਮਾਨੇ। ਇਹ ਵੀ ਤੈਨੂੰ ਇਹਨਾਂ ਵਿੱਚ ਲਾਭ ਨੁਕਸਾਨ ਹੋਊਗਾ। ਵੀ ਇਸ ਤਰ੍ਹਾਂ ਇਹਨੇ ਕਿਹਾ ਹੋਇਆ ਮੰਨਿਆ ਨਹੀਂ ਵੀ ਜਿਹੜਾ ਫਕੀਰਾਂ ਦੇ ਕੋਲ ਜ਼ਿਆਦਾ ਰਹਿਣਾ ਤੂੰ ਬੜਾ ਭਾਰੀ ਤੈਨੂੰ ਨੁਕਸਾਨ ਹੋ ਜਾਊਗਾ। ਤੂੰ ਰਾਜਨੀਤ ਲੋਕਾਂ ਵਿੱਚ ਰਿਹਾ ਕਰ, ਰਾਜਨੀਤਾਂ ਦੀ ਲੋਕਾਂ ਦੀ ਗੱਲਾਂ ਸੁਣ। ਜੇ ਤੂੰ ਪਾਤਸ਼ਾਹੀ ਤੇ
ਹਮੇਸ਼ਾ ਇਸਤਤ ਰਹਿਣਾ। ਕਹਿੰਦੇ ਇਹਨੇ ਮੰਨਿਆ ਨਹੀਂ ਸੀ। ਆਪਣੋ ਕਰਮ ਜਾਣ ਕਰ ਐਸੇ, ਆਪਣਾ ਜਿਹੜਾ ਕਰਤੱਵ ਹੈ ਕਰਮ ਐਸੇ ਜਾਣ ਕੇ। ਆਪਣਾ ਬਸੂਰਤ ਦੁੱਖ ਕਰ ਕੈਸੇ, ਇਹ ਦੇਖੋ ਦੁੱਖ ਧਾਰਨ ਕਰਕੇ ਕਿਸੇ ਤਰ੍ਹਾਂ ਵੀ ਇਹ ਝੂਰਦਾ ਨਹੀਂ ਹੈ। ਬੁਰਾ ਹਾਲ ਪਿਆ, ਅੱਗ ਨਹੀਂ ਬਾਲੀ ਜਾਂਦੀ ਹੈ, ਫਿਰ ਵੀ ਔਖਾ ਨਹੀਂ ਹੈ, ਫਿਰ ਵੀ ਦੁੱਖ ਨਹੀਂ ਮਨਾਉਂਦਾ, ਝੂਰਦਾ ਹੈ। ਇਸ ਤੇ ਛੋਭ ਹੋਤ ਚਿਤ ਮੇਰੇ, ਇਹਦੀ ਅੱਗ ਬਾਲਦੇ ਆ ਦਾੜੀ ਜੀ ਤੇ ਮੂੰਹ ਜਾਂ ਸਾਹ ਨਾਲ ਭਰਿਆ ਹੋਇਆ ਦੇਖ ਕੇ ਮੇਰੇ ਚਿੱਤ ਵਿੱਚ ਤਾਂ ਦੁੱਖ ਹੁੰਦਾ ਹੈ। ਨਫਰ ਚਿਤਵ ਇਮ ਕਹਿ ਤਿਸ ਬੇਰੇ, ਇਸ ਤਰ੍ਹਾਂ ਸੋਚ ਵਿਚਾਰ ਕੇ ਨਾ ਨੌਕਰ ਨੇ ਤੇ ਦਾਰਿਸ਼ਕੋ ਨੂੰ ਕਿਹਾ ਹੈ, ਸਮਸ਼ ਹਾਲ ਕਿਉਂ ਦੇਖਤ ਨਾਹੀ। ਇਹ ਦਾਰਿਸ਼ਕੋ ਜੀ ਆਪਣੇ ਦਾੜੇ ਦਾ ਮੂੰਹ ਦਾ ਹਾਲ ਕਿਉਂ ਨਹੀਂ ਦੇਖਦੇ, ਕਿਵੇਂ ਬੁਰਾ ਹੋਇਆ ਪਿਆ ਹੈ। ਪਰੀ ਭਸਮ ਉੱਡ ਕਰ ਜਿਸ ਮਾਹੀ, ਇਹ ਦਾੜੀ ਵਿੱਚ ਮੂੰਹ ਤੇ ਉੱਡ ਉੱਡ ਕੇ ਬੜੀ ਸਵਾਹ ਪਈ ਹੋਈ ਹੈ, ਹੋਰੀ ਕੁਛ ਭੂਤ ਜਾ ਬਣਿਆ ਪਿਆ ਤੂੰ। ਸੰਗਤ ਕਰਤ ਜੋ ਰਹਿਓ ਫਕੀਰਨ, ਇਹ ਤਰਕ ਜੀ ਮਾਰ ਕੇ ਕਹਿਣ ਲੱਗਾ, ਦਾਰਿਸ਼ਕੋ ਜਿਹੜਾ ਤੂੰ ਮੁਸਲਮਾਨਾਂ ਫਕੀਰਾਂ ਦੀ ਸੰਗਤ ਕਰਦਾ ਰਿਹਾ ਨਾ, ਜਤ ਵਸਤ ਦੇਤ ਸਮ ਪੀਰਨ। ਉਹਨਾਂ ਨੂੰ ਪੂਜਦਾ ਹੁੰਦਾ ਸੀ, ਪੀਰਾਂ ਦੇ ਸਮਾਨ ਜਾਣ ਕੇ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੀਆਂ ਤੂੰ ਵਸਤੂਆਂ ਲਿਆ ਕੇ ਦਿੰਦਾ ਹੁੰਦਾ ਸੀ। ਸਲਤਨ ਕਾਜ ਨ ਚਿਤ ਕਰ ਕਰੈ, ਜਿਹੜੀ ਦਿੱਲੀ ਦੀ ਪਾਤਸ਼ਾਹੀ ਹੈ ਹਕੂਮਤ, ਉਹ ਚਿਤ ਲਾ ਕੇ ਤੂੰ ਕਰਦਾ ਹੀ ਨਹੀਂ ਹੁੰਦਾ, ਪਾਤਸ਼ਾਹੀ ਦੇ ਕੰਮਾਂ ਵਿੱਚ ਧਿਆਨ ਹੀ ਨਹੀਂ ਦਿੰਦਾ ਹੁੰਦਾ ਸੀ। ਛਲ ਬਲ ਕੋ ਔਰ ਫਿਕਰ ਨ ਧਰੈ, ਇਹ ਪਾਤਸ਼ਾਹੀ ਤਖਤ ਤੇ ਬੈਠ ਕੇ ਛਲ ਫਰੇਬ ਕਰਨੇ, ਰਾਜਨੀਤੀ ਨਾਲ ਝੂਠ ਬੂਠ ਬੋਲਣੇ, ਕਿਸੇ ਨੂੰ ਕੁਝ ਕਹਿਣਾ ਕਿਸੇ ਨੂੰ ਕੁਝ ਕਹਿਣਾ, ਉਹ ਤੂੰ ਛਲਵਲ ਕਰਨੇ ਮਨ ਵਿੱਚ ਹੀ ਨਹੀਂ ਧਾਰਦਾ ਸੀ। ਆਪਣੇ ਸਮ ਸਾਧਨ ਦਿਖ ਸਿਖ ਰਾਇਓ, ਕਹਿੰਦੇ ਜਿਹੜੇ ਸਾਧੂ ਨਿਰਛਲ ਨਿਸ਼ਚਲ ਹੁੰਦੇ, ਉਹਨਾਂ ਸਾਧੂਆਂ ਨੇ ਆਪਣੇ ਵਾਂਗੂ ਤੈਨੂੰ ਕਹਿੰਦੇ ਨਿਰਛਲਪਣਾ ਸੁਦਾ ਸਦਾਪਣਾ ਸਿਖਾਇਆ। ਤਿਸ ਕ੍ਰਿਤ ਕੋ ਅਬ ਆਸ ਫਲ ਪਾਇਓ, ਕਹਿੰਦੇ ਉਹ ਸਾਧਾ ਮਗਰ ਫਕੀਰਾਂ ਮਗਰ ਲੱਗ ਕੇ ਉਹ ਜਿਵੇਂ ਕਹਿੰਦੇ ਉਵੇਂ ਕਰਦਾ ਜਾ ਤੂੰ ਫਲ ਪਾਇਆ ਹੈ। ਸੀਖ ਦੇਤ ਸਾਗਰੇ ਹਿਤਕਾਰੀ, ਜਿਹੜੇ ਤੇਰੇ ਕਹਿੰਦੇ ਪ੍ਰੇਮੀ ਪਿਆਰੇ ਰਾਜਨੀਤਿਕ ਮਰਾਜ ਸੀ, ਤੈਨੂੰ ਹਮੇਸ਼ਾ ਉਹ ਚੰਗੀ ਸਿੱਖਿਆ ਦਿੰਦੇ ਸੀ ਵੀ ਤੂੰ ਛਲ ਫਰੇਬ ਕਰਿਆ ਕਰ, ਬੇਈਮਾਨੀਆਂ ਕਰਿਆ ਕਰ, ਧੋਖੇ ਠੱਗੀਆਂ ਕਰਿਆ ਕਰ। ਮੈਂ ਤਬ ਕਹਿਤ ਰਹਿਓ ਬਹੁ ਬਾਰੀ, ਕਹਿੰਦੇ ਵੇਖ ਲਾ ਦਾਰਿਸ਼ਕੋ ਮੈਂ ਤੇਰਾ ਨੌਕਰ ਤੈਨੂੰ ਬਹੁਤ ਵਾਰੀ ਕਹਿੰਦਾ ਰਿਹਾ, ਇਹ ਛੱਡ ਫਕੀਰਾਂ ਦਾ ਖਹਿੜਾ, ਤੇਰਾ ਬੁਰਾ ਹਾਲ ਹੋ ਜਾਊਗਾ। ਸੁਨ ਕੈ ਨਹੀਂ ਏਕ ਕੀ ਮਾਨੀ, ਦੇਖ ਲਾ ਮੇਰੀ ਤਾਂ ਕੀ ਹੈ, ਜਿੰਨੇ ਲੋਕ ਸੀ ਸਾਰਿਆਂ ਦੀ ਕਹੀ ਤੂੰ ਇੱਕ ਗੱਲ ਨਹੀਂ ਮੰਨੀ ਹੈ। ਸਹੋ ਕਸ਼ਟ ਆਪ ਦਾ ਮਹਾਨੀ, ਚੰਗਾ ਬਈ ਹੁਣ ਫਕੀਰਾਂ ਦੇ ਮਗਰ ਲੱਗ ਕੇ ਤੂੰ ਇਹ ਕੁਝ ਕਰਦਾ ਰਿਹਾ ਤੇ ਆਪਣੀ ਕਹਿੰਦੇ ਕਹੀ ਕਰੀ ਹੋਈ ਜਿਹੜੀ ਮੁਸੀਬਤ ਹੈ ਆਪ ਹੀ ਹੁਣ ਖੜੇ ਮੱਥੇ ਸਹਾਰ, ਇਹ ਬਿਪਤਾ ਭੋਗ ਹੁਣ ਤੂੰ ਫਿਰੇ ਬੁਰੇ ਹਾਲ। ਸੁਨ ਕੈ ਦਾਰਸ਼ ਕੋ ਸੁਜਾਨਾ, ਹੁਣੇ ਦਾਰਸ਼ ਕੋ ਅੰਦਰੋਂ ਬੜਾ ਸਿਆਣਾ ਸੀ, ਨੌਕਰ ਦੀ ਇਹੋ ਜੀ ਗੱਲ ਧਰਕਦੀ ਸੁਣ ਕੇ ਫੇਰ ਨਫਰ ਕੋ ਝਿਰਕਨ ਠਾਨਾ, ਨੌਕਰ ਵੱਲੀ ਤਰਕ ਜਾ ਕਰਦਾ ਦੇਖ ਕੇ ਉਹਨੂੰ ਚੰਗੀ ਤਰ੍ਹਾਂ ਝਿੜਕਦਾ ਕੀਤਾ। ਕਹਿੰਦੇ ਉਹ ਪੀਪ ਕੇਫਾ ਮੂਰਖਾ ਕੀ ਬੋਲਦਾ ਤੂੰ। ਸੁਨ ਮੂਰਖ ਤੈਂ ਕਛੂ ਨ ਜਾਣੇ, ਉਹ ਮੂਰਖਾ ਤੂੰ ਵੀ ਮੇਰੇ ਨਾਲ ਹੀ ਫਕੀਰਾਂ ਕੋਲ ਰਿਹਾ ਹੈ, ਤੂੰ ਫਕੀਰਾਂ ਦੀ ਗੱਲ ਤਾਂ ਇੱਕ ਵੀ ਨਹੀਂ ਮੰਨੀ, ਇੱਕ ਵੀ ਨਹੀਂ ਵਸਾਈ ਹੈ। ਮਹਿਮਾ ਜੋ ਸਤ ਸੰਗ ਮਹਾਨੀ, ਜਿਹੜੀ ਫਕੀਰਾਂ ਦੀ ਸਤਸੰਗ ਦੀ ਮਹਾਨ ਮਹਿਮਾ ਹੁੰਦੀ ਹੈ, ਮੂਰਖਾ ਤੂੰ ਨਹੀਂ ਸਮਝੀ। ਦੇਖੋ ਗੁਣ ਮੁਝ ਕੋ ਜਿਮ ਪਇਓ, ਸਾਧੂਆਂ ਦੀ ਸੰਗਤ ਦਾ ਫਲ
ਗੁਣ ਲਾਭ ਜਿਵੇਂ ਮੈਨੂੰ ਹੋਇਆ ਹੈ। ਤੋ ਸਮਾਜ ਸਲਤਨ ਗਇਓ। ਦਿੱਲੀ ਦੀ ਪਾਤਸ਼ਾਹੀ ਦਾ ਇੰਨਾ ਜਿਨਾ ਰਾਜ ਭਾਗ ਦਾ ਸਾਜੋ ਸਮਾਨ, ਹਾਥੀ ਘੋੜੇ ਹੀਰੇ ਰਤਨ ਜਵਾਹਰ ਮੋਤੀ ਸਭ ਕੁਝ ਚਲਿਆ ਗਿਆ ਹੈ। ਦੇਸ਼ ਕੋਸ਼ ਕੁਛ ਗਿਣਤੀ ਨਾਹੀ। ਕਿੰਨੇ ਇਲਾਕਿਆਂ ਦਾ ਰਾਜ ਭਾਗ ਸੀ, ਕਿੰਨੇ ਮਾਇਆ ਦੇ ਖਜ਼ਾਨੇ ਸੀ, ਕੋਈ ਹਿਸਾਬ ਕਿਤਾਬ ਹੈਗਾ ਹੈ। ਸਭ ਜਗ ਕੀ ਪ੍ਰੀਅਤਾ ਜਿਸ ਮਾਹੀ। ਜਿਸ ਹਾਥੀ ਘੋੜਿਆਂ ਵਿੱਚ ਹੀਰੇ ਰਤਨਾਂ ਜਵਾਹਰਾਂ ਵਿੱਚ ਪਾਤਸ਼ਾਹੀ ਵਿੱਚ ਸਾਰੇ ਸੰਸਾਰ ਦੀ ਪ੍ਰੀਤੀ ਹੈ, ਪਿਆਰ ਹੈ ਵੀ ਇਹ ਮੈਨੂੰ ਮਿਲ ਜਾਏ। ਤਿਸ ਤੇ ਮੁਝ ਕੋ ਸ਼ੌਕ ਨ ਵਿਆਪਾ। ਤਿਸ ਤੇ ਮੁਝ ਕੋ ਸ਼ੋਕ ਨਾ ਵਿਆਪਾ। ਸ਼ੌਕ ਤੇ ਸ਼ੋਕ ਵਿੱਚ ਅਰਥ ਵੇਖ ਲਓ ਕਿੰਨਾ ਫਰਕ ਪੈ ਜਾਂਦਾ ਹੈ। ਕਹਿੰਦੇ ਉਹ ਦਿੱਲੀ ਦੀ ਪਾਤਸ਼ਾਹੀ, ਖਜ਼ਾਨੇ ਹੀਰੇ ਮੋਤੀ ਹਾਥੀ ਘੋੜੇ ਸਾਰੇ ਚਲਣ ਜਾਣ ਕਰਕੇ ਮੈਨੂੰ ਭੋਰਾ ਮਾਤਰ ਵੀ ਸ਼ੌਕ ਨਹੀਂ ਹੈ, ਗਮ ਨਹੀਂ ਹੈ। ਨਹਿ ਕਿਹ ਸਮੈ ਹਿਰਦੈ ਸੰਤਾਪਾ। ਹੁਣ ਤਾਂ ਕੀ ਹੈ, ਆਉਣ ਵਾਲੇ ਸਮੇਂ ਵਿੱਚ ਹਿਰਦੇ ਵਿੱਚ ਮੇਰੇ ਮਨ ਵਿੱਚ ਕੋਈ ਇਹਨਾਂ ਦਾ ਦੁੱਖ ਕਲੇਸ਼ ਨੂੰ ਹੋਊਗਾ ਵੀ ਇਹ ਮੈਂ ਸ਼ੋਕ ਨਹੀਂ ਕਰਾਂ, ਦੁੱਖ ਨਹੀਂ ਮਨਾਉਂਗਾ, ਮੇਰੀ ਪਾਤਸ਼ਾਹੀ ਚਲੀ ਗਈ। ਇੱਕ ਵਿਰਾਟਿਕਾ ਜਾਏ ਗਵਾਈ। ਜਿਵੇਂ ਕਿਸੇ ਮਨੁੱਖ ਦੀ ਕਹਿੰਦੇ ਇੱਕ ਕੌਡੀ ਕਹਿੰਦੇ ਕੋਈ ਗਵਾਚ ਜਾਏ, ਉਹ ਤਾਂ ਮਹਿਸੂਸ ਕਰਦਾ ਕੌਡੀ ਗਵਾਚ ਗਈ ਹੈ। ਤਿਹ ਸੰਸਾਰ ਭੀ ਨਹਿ ਦੁਖਦਾਈ। ਕਹਿੰਦੇ ਮੈਨੂੰ ਤਾਂ ਕਹਿੰਦੇ ਉਹਦੇ ਸਮਾਨ ਵੀ ਕਹਿੰਦੇ ਦੁਖਦਾਈ ਨਹੀਂ, ਕੌਡੀ ਗਵਾਚੀ ਵਾਲੀ ਤਾਂ ਫਿਕਰ ਕਰੂਗਾ ਤੇ ਮੇਰਾ ਸਭ ਕੁਛ ਵਿਆਹ ਕੇ ਮੈਨੂੰ ਪੂਰਾ ਵੀ ਦੁੱਖ ਹੈ ਨਹੀਂ। ਲਾਭ ਹਾਨ ਜਗ ਰਾਜ ਮਹਾਨਾ। ਜਿਹੜੇ ਸੰਸਾਰ ਦੇ ਰਾਜ ਭਾਗ ਹੁੰਦੇ ਆ, ਉਹ ਰਾਜ ਭਾਗ ਦੇ ਵਿੱਚ ਲਾਭ ਵੀ ਹੁੰਦਾ ਤੇ ਨੁਕਸਾਨ ਵੀ ਬਹੁਤ ਹੁੰਦਾ ਹੈ। ਰਹੀ ਮੋਹ ਚਿਤ ਬ੍ਰਿਤੀ ਸਮਾਨਾ। ਕਹਿੰਦੇ ਸਾਧੂਆਂ ਦੀ ਸੰਗਤ ਦੀ ਕਿਰਪਾ ਹੈ, ਦੋਹਾਂ ਵਿੱਚ ਜਿਹੜੀ ਮੇਰੀ ਮਨ ਦੀ ਬਿਰਤੀ ਇੱਕ ਸਮਾਨ ਰਹੀ ਹੈ। ਸਭ ਕੁਝ ਚਲਿਆ ਗਿਆ, ਮੇਰਾ ਮਨ ਉਵੇਂ ਟਿਕਾ ਵਿੱਚ ਹੈ। ਇਹ ਸੰਤਨ ਕੋ ਅਧਿਕ ਪ੍ਰਤਾਪੂ। ਉਹ ਨੌਕਰਾ ਇਹ ਸਾਧੂਆਂ ਦੇ ਸੰਗ ਦਾ ਬੜਾ ਭਾਰੀ ਤੇਜ ਪ੍ਰਤਾਪ ਹੈ। ਹਰਖ ਨ ਸ਼ੋਕ ਮੋਹ ਚਿਤ ਵਿਆਪੂ। ਜਦੋਂ ਦਿੱਲੀ ਦੀ ਪਾਤਸ਼ਾਹੀ ਮੇਰੇ ਕੋਲ ਸੀ ਉਦੋਂ ਮੈਨੂੰ ਕੋਈ ਖੁਸ਼ੀ ਨਹੀਂ ਸੀ, ਹੁਣ ਚਲੀ ਗਈ ਹੈ ਮੈਨੂੰ ਕੋਈ ਦੁੱਖ ਨਹੀਂ ਹੈ। ਸੁਨਕਾਰ ਨਫਰ ਨ ਮਹਿਮਾ ਜਾਣੇ। ਪਰ ਜਿਹੜਾ ਨੌਕਰ ਹੈ ਉਹ ਮੂਰਖ ਸੀ, ਸੁਣ ਕੇ ਦਾਰਸ਼ਕੋ ਦੀ ਗੱਲ ਸਾਰਨ ਨੂੰ ਉਹਨੇ ਫਕੀਰਾਂ ਦੀ ਸਾਧੂਆਂ ਦੀ ਸੰਗਤ ਦੀ ਮਹਿਮਾ ਜਾਣੀ ਹੀ ਨਹੀਂ। ਤਉ ਤਰਕਬੋ ਤਿਸ ਕੋ ਠਾਨੇ। ਵੀ ਇਹ ਦਾਰਸ਼ਕੋ ਨੂੰ ਕਹਿੰਦੇ ਤਰਕਾਂ ਕਰਦਾ ਵੀ ਇਹ ਸਾਧਾਂ ਕੋਲ ਰਿਹਾ, ਉਹਨਾਂ ਨੇ ਸਾਧ ਬਣਾ ਲਿਆ, ਆਪ ਘਰੋਂ ਨਿਕਲੇ ਉਜੜੇ ਤੈਨੂੰ ਜਾਣ ਕੇ ਰੱਖਤਾ ਉਹਨਾਂ। ਗਜ ਮੁਕਤਾ ਕੀ ਜਥਾ ਵਡਾਈ। ਹਾਂ ਕਵੀ ਜੀ ਕਹਿੰਦੇ ਜਿਵੇਂ ਕੋਈ ਹਾਥੀ ਵਿੱਚੋਂ ਜਿਹੜਾ ਮੋਤੀ ਨਿਕਲਿਆ ਹੁੰਦਾ, ਉਹਦੀ ਜਿਹੜੀ ਮਹਾਨ ਵਡਵਡਿਆਈ ਮਹਾਨਤਾ ਹੁੰਦੀ ਹੈ। ਚਿਰ ਮਰ ਗਾਹਕ ਲੱਖ ਨਾ ਸਕਾਈ। ਜਿਹੜਾ ਕਹਿੰਦੇ ਜਿਹੜੇ ਚਿਰ ਮਰਦਾ ਗਾਹਕ ਹੁੰਦਾ ਹੈ, ਆ ਮੁਕੋ ਦੇ ਵਿੱਚ ਲਾਲੜੀਆਂ ਜਿਹੀਆਂ ਲੱਗੀਆਂ ਦੀਆਂ ਨਿੱਕੀ ਨਿੱਕੀਆਂ ਲਾਲ ਲਾਲ ਜੀਆਂ, ਇਹ ਕਹਿੰਦੇ ਜਿਵੇਂ ਉਹਦਾ ਗਾਹਕ ਹੋਵੇ ਜਾ ਨਹੀਂ ਸਕਦਾ ਮੋਤੀ ਦੇ ਮਹਿਮਾਨ। ਉਹ ਕਹਿੰਦਾ ਲਾਲੜੀ ਹੋਈ ਤੇ ਗਜਮੋਤੀ ਹੋਇਆ, ਇਹਦੇ ਵਿੱਚ ਕੀ ਫਰਕ ਹੈ? ਕਿੱਥੇ ਗਜਮੋਤੀ ਲੱਖਾਂ ਕਰੋੜਾਂ ਰੁਪਈਆਂ ਦਾ, ਕਿੱਥੇ ਅਮਕੋ ਦੀਆਂ ਲਾਲੜੀਆਂ 2 ਪੈਸੇ ਦੀਆਂ, 2 ਰਤੀਆਂ ਦੀਆਂ। ਕਹਿੰਦੇ ਜਿਵੇਂ ਉਹ ਲਾਲੜੀਆਂ ਦੀਆਂ ਮੁਕੋ ਦੇ ਜਿਹੜੇ ਫਲ ਜੇ ਗੋਲ ਗੋਲ ਹੈ, ਉਹਨਾਂ ਦੀ ਕਹਿੰਦੇ ਉਹਨਾਂ ਨੂੰ ਗਾਹ ਖਰੀਦਣ ਵਾਲਾ ਮੋਤੀ ਦੇ ਮਹਾਨਤਾ ਨੂੰ ਵਡਿਆਈ ਨੂੰ ਜਾਣਦਾ ਨਹੀਂ ਹੈ। ਇਸ ਤਰ੍ਹਾਂ ਨੌਕਰ ਦਾ ਹਾਲ ਹੈ ਵੀ ਜਿਹੜੀ ਸਾਧੂਆਂ ਦੀ ਸੰਗਤ ਹੈ ਤਾਂ ਮੋਤੀ ਵਾਂਗ ਹੈ, ਗਜਮੁਕਤਾ ਵਾਂਗ ਹੈ। ਇਹ ਦੁਨਿਆਵੀ ਪਦਾਰਥ ਹੈ, ਲਾਲੜੀ ਵਰਗੇ। ਇਹ ਇਹਨਾਂ ਨੂੰ ਤਰਜੀਹ ਦੇਣ ਵਾਲਾ, ਪਾਤਸ਼ਾਹੀ ਨੂੰ ਵੱਡੀ ਸਮਝਣ ਵਾਲਾ ਉਹ ਕੀ ਸਮਝੇ। ਹੁਤੋ ਦਾਇਰੇ ਮਹਿ ਦਰਵੇਸ਼। ਉੱਥੇ ਕਹਿੰਦੇ ਉਹ ਤਕੀਏ ਦੇ ਵਿੱਚ ਇੱਕ ਦਰਵੇਸ਼ ਬੈਠਾ ਹੋਇਆ ਸੀ, ਜਿਸ ਕੋ ਨਿਸ਼ਚੇ ਗਿਆਨ ਵਿਸ਼ੇਸ਼। ਜਿਸ ਫਕੀਰ ਦੇ ਦਰਵੇਸ਼ ਦੇ ਹਿਰਦੇ ਅੰਦਰ ਬ੍ਰਹਮ ਗਿਆਨ ਦਾ ਪੱਕਾ ਭਰੋਸਾ, ਜਾਣੀ ਪੂਰਨ ਬ੍ਰਹਮ ਗਿਆਨੀ ਸੀ ਦਰਵੇਸ਼। ਬੋਲਨ ਸੁਨ ਬਿਲੋਕ
ਹੁਕਬੋ ਕੀਨ। ਜਿਵੇਂ ਕਹਿੰਦੇ ਦਾਰਸ਼ਕੋ ਨੇ ਬੋਲਣਾ ਕੀਤਾ, ਉਧਰ ਨੌਕਰ ਨੇ ਤਰਕ ਜੀ ਮਾਰ ਕੇ ਬੋਲਣਾ ਕੀਤਾ। ਜਿਵੇਂ ਇਹਨੇ ਸੁਣਾਇਆ ਉਹਨੂੰ ਸਾਰਾ ਕਹਿੰਦੇ ਉਸ ਫਕੀਰ ਦਰਵੇਸ਼ ਨੇ ਸੁਣਨਾ ਕੀਤਾ ਹੈ। ਦਾਰਸ਼ ਕੋ ਚੀਨ ਤਿੰਨ ਲੀਨ। ਉਹ ਕਹਿੰਦੇ ਦਰਵੇਸ਼ ਨੇ ਜਾਣ ਲਿਆ ਵੀ ਇਹ ਤਾਂ ਸ਼ਾਹਜਹਾਂ ਦਾ ਜਿਹੜਾ ਪੁੱਤਰ ਦਾਰਸ਼ਕੋ ਹੈ ਇਹ ਦਿਸ ਰਿਹਾ, ਇੱਥੇ ਆ ਗਿਆ। ਜਿਸ ਖੋਜਨ ਹਿਤ ਚਮੂ ਵਿਸ਼ੇਸ਼। ਦਾਰਸ਼ਕੋ ਨੂੰ ਲੱਭਣ ਵਾਸਤੇ ਔਰੰਗਜ਼ੇਬ ਦੀ ਬੜੀ ਭਾਰੀ ਵਿਸ਼ੇਸ਼ ਕਰਕੇ ਜਿਹੜੀ ਫੌਜ ਹੈ, ਫੈਲੀ ਦੇਸ਼ ਵਿਦੇਸ਼ ਅਸ਼ੇਸ਼। ਸਾਰੇ ਦੇਸਾਂ ਪ੍ਰਦੇਸਾਂ ਵਿੱਚ ਫੈਲੀ ਹੋਈ ਹੈ, ਖਿਲਰੀ ਹੋਈ ਹੈ। ਕਹਿਓ ਚਾਹੇ ਨੌਰੰਗ ਮਤ ਮੰਦ। ਮੇਰਾ ਵੀ ਜਿਹੜਾ ਛੋਟਾ ਭਰਾ ਔਰੰਗਜ਼ੇਬ ਭੈੜੀ ਮਤ ਵਾਲਾ ਏ ਵੱਡੇ ਭਰਾ ਦਾਰਸ਼ਕੋ ਨੂੰ ਫੜਿਆ ਚਾਹੁੰਦਾ ਹੈ। ਸੋ ਇਹ ਜਾਣਿਓ ਪਰੈ ਬਿਲੰਦ। ਉਹ ਬਈ ਮਹਾਨ ਜਿਹੜਾ ਦਾਰਸ਼ਕੋ ਹੈ ਉਹ ਜਾਣਿਆ ਪੈਂਦਾ ਵੀ ਇਹ ਤਕੀਏ ਵਿੱਚ ਆ ਬੈਠਾ ਹੈ ਇੱਥੇ। ਸਤ ਸੰਗੀ ਵੱਡ ਸੁਨਿਓ ਅਗਾਰੇ। ਕਿਉਂਕਿ ਇਸ ਦਰਵੇਸ਼ ਨੇ ਵੀ ਪਹਿਲਾਂ ਸੁਣਿਆ ਸੀ ਵੀ ਦਾਰਸ਼ਕੋ ਬਹੁਤ ਚੰਗਾ ਸਤਸੰਗੀ ਪੁਰਸ਼ ਹੈ। ਭਲੇ ਜਾਨ ਚਿਤ ਚਹਿਤ ਨਿਹਾਰੇ। ਹਾਂ, ਚੰਗਾ ਜਾਣ ਕੇ ਚਿੱਤ ਵਿੱਚ ਦੇਖਿਆ ਚਾਹੁੰਦਾ ਹੈ। ਆਏ ਫਕੀਰ ਸੋ ਬੈਠਿਓ ਪਾਸ। ਉਹ ਜਿਹੜਾ ਫਕੀਰ ਸੀ ਨਾ ਦਾਰਸ਼ਕੋ ਦੇ ਕੋਲ ਆ ਕੇ ਬੈਠ ਗਿਆ ਹੈ। ਸਾਦਰ ਮ੍ਰਿਦਲ ਸੁਬਾਕ ਪ੍ਰਕਾਸ਼। ਬੜੇ ਸਤਿਕਾਰ ਦੇ ਨਾਲ ਕੋਮਲ ਜਿਹੜੇ ਬਚਨ ਆਏ ਉਹ ਦਾਰਸ਼ਕੋ ਨੂੰ ਉਹ ਫਕੀਰ ਨੇ ਆਖਣਾ ਕੀਤੇ। ਧਨ ਤੋਹਿ ਜਨਨੀ ਵੱਡ ਧਨ। ਵੇ ਦਾਰਸ਼ਕੋ ਤੂੰ ਵੀ ਧਨਤਾ ਜੋ, ਤੈਨੂੰ ਮਾਂ ਜਿਹੜੀ ਪੈਦਾ ਕਰਨ ਵਾਲੀ ਉਹ ਮਾਂ ਵੀ ਧਨਤਾ ਜੋਗ ਹੈ। ਸੰਤ ਸਮੂਹ ਕਰੇ ਸੋ ਪ੍ਰਸੰਨ। ਤੂੰ ਵੀ ਵੇਖ ਜਿੰਨੇ ਸਾਧੂ ਸੰਤ ਹੈ ਭਗਤੀ ਕਰਕੇ ਬਚਨ ਮੰਨ ਕੇ ਸਾਰੇ ਆਪਣੇ ਉੱਪਰ ਖੁਸ਼ ਕਰ ਲਏ। ਕੂਰ ਪਦਾਰਥ ਬਿਨਸਨ ਹਾਰੇ। ਉਹ ਜਿਹੜੇ ਸੰਸਾਰ ਦੇ ਪਦਾਰਥ ਹੈ ਝੂਠੇ ਹੈ, ਨਾਸ ਹੋ ਜਾਣ ਵਾਲੇ। ਕਹਾ ਸ਼ੋਕ ਤਮ ਕੋ ਇਹ ਧਾਰੇ। ਕਹਿੰਦੇ ਇਹਨਾਂ ਪਦਾਰਥਾਂ ਦਾ ਤੈਨੂੰ ਵੀ ਕਿਵੇਂ ਸ਼ੌਕ ਜਾਣ ਦਾ ਤੂੰ ਧਾਰੇ। ਅਬ ਜਹਾਨ ਤੇ ਫਾਰਕ ਹੋ। ਚੰਗਾ ਬਈ ਤੂੰ ਦਾਰਸ਼ਕੋ ਹੁਣ ਸੰਸਾਰ ਤੋਂ ਤੂੰ ਵੱਖਰਾ ਹੋ ਜਾ, ਪਾਸੇ ਹੋ ਜਾ। ਤਿਆਗੋ ਜਿਤਕ ਬਾਸ਼ਨਾ ਮੋਹ। ਜਿੰਨੀਆਂ ਕਹਿੰਦੇ ਮੋਹ ਕਰਕੇ ਪਦਾਰਥਾਂ ਦੀਆਂ ਬਾਸ਼ਨਾ ਸਾਰਿਆਂ ਦਾ ਖਹਿੜਾ ਛੱਡ ਦੇ। ਬਨਹੋ ਨਿਸੰਗ ਤਰਾਸ ਕੋ ਡਾਰ। ਆ ਮੌਤ ਦਾ ਡਰ ਜਾ ਛੱਡ ਕੇ ਤੂੰ ਨਿਸੰਗ ਹੋ ਜਾ, ਨਿਡਰ ਬਣ ਜਾ। ਜਿਤ ਕਿਤ ਆਪਣੋ ਰੂਪ ਨਿਹਾਰ। ਜਿੱਧਰ ਕਿੱਧਰ ਆਪਣਾ ਹੀ ਰੂਪ ਦੇ ਖੁਦਾ ਦਾ ਜਲਵਈ ਤੱਕ। ਤਨ ਕੀ ਪਾਰਾ ਲਬਦ ਕਰ ਜੋਏ। ਵੇ ਦਾਰਸ਼ਕੋ ਜਿਵੇਂ ਆ ਸਰੀਰ ਦੀ ਕਿਸਮਤ ਲਿਖੀ ਪ੍ਰਾਲਬਧ ਲਿਖੀ ਹੋਈ ਹੈ। ਸੰਕਟ ਪਰ ਹੈ ਕਿ ਸੁਖ ਕਿਤ ਹੋਏ। ਉਹ ਕਿਸਮਤ ਅਨੁਸਾਰ ਆ ਕੇ ਭਾਵੇਂ ਸਰੀਰ ਤੇ ਕੋਈ ਦੁੱਖ ਪੈ ਜਾਏ, ਭਾਵੇਂ ਇਸ ਸਰੀਰ ਨੂੰ ਕੋਈ ਸੁਖ ਆ ਬਣੇ। ਭੋਗੋ ਆਵਸ਼ਯਕ ਸੋ ਜਾਨ। ਉਹ ਜਿਹੜੀ ਕਿਸਮਤ ਲਿਖੀ ਹੁੰਦੀ ਉਹ ਤਾਂ ਕਹਿੰਦੇ ਉਹਦੇ ਅਨੁਸਾਰ ਜ਼ਰੂਰੀ ਦੁੱਖ ਸੁੱਖ ਭੋਗਣੇ ਪੈਂਦੇ, ਉਹ ਤੂੰ ਭੋਗ ਲੈ। ਮਿਟੈ ਨ ਕਿਉ ਹੂੰ ਛੂਟਿਓ ਬਾਨ। ਜਿਵੇਂ ਧਨਕ ਦੇ ਵਿੱਚੋਂ ਤੀਰ ਚੱਲਿਆ ਹੋਇਆ ਕਹਿੰਦੇ ਨਿਸਫਲ ਨਹੀਂ ਨਾ ਜਾਂਦਾ, ਨਿਸ਼ਾਨੇ ਤੇ ਵੱਜਦਾ ਹੀ। ਇਸ ਤਰ੍ਹਾਂ ਜਿਹੜਾ ਕਿਸਮਤ ਵਿੱਚ ਲਿਖਿਆ ਨਾ ਦੁੱਖ ਸੁੱਖ ਭੋਗਣਾ ਹੀ ਪੈਂਦਾ, ਉਹ ਮਿਟਦਾ ਨਹੀਂ ਹੁੰਦਾ। ਰੂਪ ਅਭੋਗਤਾ ਸਦਾ ਅਕਰਤਾ। ਹਾਂ, ਤੇਰਾ ਜਿਹੜਾ ਸਰੂਪ ਹੈ ਕਹਿੰਦੇ ਭੋਗਤਾ ਹੋਇਆ ਅਭੋਗਤਾ ਹੈ, ਕਰਦਾ ਹੋਇਆ ਅਕਰਤਾ ਹੈ। ਤਾਹੇ ਸੰਭਾਰੋ ਹਿਰਦੇ ਬਿਰਤਰਤਾ। ਉਹਨੂੰ ਤੂੰ ਕਹਿੰਦੇ ਵੀ ਸੰਭਾਲ ਤੇ ਇਸ ਤਰ੍ਹਾਂ ਕਹਿੰਦੇ ਵਿਸ਼ੇਸ਼ ਕਰਕੇ ਰਤਿਆ ਰਹਿਓ ਆਤਮ ਸਰੂਪ ਦੇ ਵਿੱਚ। ਉੱਚ ਅਵਸਥਾ ਮਹਿ ਬ੍ਰਿਤ ਤੇਰੀ। ਹੋਏ ਦਾਰਸ਼ਕੋ ਤੇਰੀ ਤਾਂ ਜਿਹੜੀ ਉੱਚ ਅਵਸਥਾ ਵਿੱਚ ਬਿਰਤੀ ਟਿਕੀ ਹੋਈ ਹੈ। ਠਹਿਰੀ ਸੰਤਨ ਕਿਰਪਾ ਬਡੇਰੀ। ਇਹ ਜਿਹੜੇ ਮਹਾਤਮਾ ਸੰਤ ਉਹਨਾਂ ਦੀ ਮਹਾਨ ਵੱਡੀ ਕਿਰਪਾ ਕਰਕੇ ਤੇਰੀ ਉੱਚ ਅਵਸਥਾ ਵਿੱਚ ਬਿਰਤੀ ਟਿਕੀ ਹੋਈ। ਸਦਾ ਅਸੰਗ ਆਪ ਕੋ ਜਾਨ। ਹੁਣ ਬਈ ਦਾਰਸ਼ਕੋ
ਤੂੰ ਹਮੇਸ਼ਾ ਆਪਣੇ ਆਪ ਨੂੰ ਸੰਸਾਰ ਤੋਂ ਅਸੰਗ ਵੱਖਰਾ ਨਿਰਲੇਪ ਜਾਣ। ਤਨ ਕੇ ਹਾਨ ਨਹੀਂ ਤੋ ਵਹਾਨ। ਜੇ ਤੇਰਾ ਸਰੀਰ ਨਾਸ ਵੀ ਹੋ ਜਾਏ, ਤੇਰੇ ਸਰੀਰ ਦੇ ਨਾਸ ਹੋਇਆ ਤੇਰੇ ਆਤਮਾ ਦਾ ਨਾਸ ਨਹੀਂ ਹੋਵੇਗਾ। ਤਬ ਤਨ ਦੁਖ ਤੇ ਦੁਖ ਵੀ ਨਾਹੇ। ਤੇਰੇ ਸਰੀਰ ਨੂੰ ਜੇ ਕੋਈ ਦੁੱਖ ਦੇਵੇ ਤੇ ਤੇਰੇ ਆਤਮਾ ਨੂੰ ਕੋਈ ਦੁੱਖ ਨਹੀਂ ਹੋਵੇਗਾ। ਕਹਾ ਪਦਾਰਥ ਤੇ ਸੁਖ ਪਾਹੇ। ਐਸੇ ਤਾਂ ਦੁਨਿਆਵੀ ਪਦਾਰਥਾਂ ਨਾਲ ਭਲਾ ਕਿਵੇਂ ਸੁਖ ਪਾ ਸਕੀਦਾ ਹੈ। ਪ੍ਰਾਪਤ ਭਾ ਸੁਖ ਵੱਡ ਅਬਿਨਾਸੀ। ਇਹਨੂੰ ਤਾਂ ਨਾਸ ਤੋਂ ਰਹਿਤ ਸਭ ਤੋਂ ਵੱਡਾ ਸੁਖ ਪ੍ਰਾਪਤ ਹੋਇਆ ਆਪਣੇ ਆਪੇ ਦਾ। ਅਹੰ ਬ੍ਰਹਮ ਮਸ ਮਹਿ ਬ੍ਰਿਤ ਪਾਸੀ। ਮੇਰਾ ਜਿਹੜਾ ਆਤਮਾ ਬ੍ਰਹਮ ਸਰੂਪ ਹੈ, ਇਸ ਤਰ੍ਹਾਂ ਕਹਿੰਦੇ ਬਿਰਤੀ ਤੇਰੀ ਟਿਕੀ ਹੋਈ ਉਸ ਦੇ ਮਾਂ ਵਿੱਚ। ਤਜੋ ਉਪਾਦ ਵਿਚਾਰਹੁ ਰੂਪ। ਇਸ ਕਰਕੇ ਜਿਹੜੀਆਂ ਪਾਰਸ਼ਾਈਆਂ ਦੀਆਂ ਉਪਾਧੀਆਂ ਲੜਾਈ ਝਗੜੇ ਛੱਡ ਤੇ ਆਪਣੇ ਸਰੂਪ ਦੀ ਵਿਚਾਰ ਕਰ। ਮਿਲਿਓ ਆਨੰਦ ਸਮੁੰਦਰ ਅਨੂਪ। ਤੈਨੂੰ ਤਾਂ ਜਿਹੜਾ ਆਨੰਦ ਦਾ ਸਮੁੰਦਰ ਹੈ ਉਹ ਸਰੂਪ ਮਿਲ ਗਿਆ ਹੈ। ਜਿਸ ਪਦ ਜੋਗੀ ਸਦਾ ਅਰਾਧ ਹੈ। ਇਸ ਉੱਚੇ ਅਹੁਦੇ ਨੂੰ ਲੈਣ ਵਾਸਤੇ ਜਿਹੜੇ ਜੋਗਾ ਅਭਿਆਸੀ ਉਹ ਰਾਧਦੇ ਹਨ। ਕੋਟ ਜਤਨ ਕਰ ਕਿਉ ਹੂੰ ਲਾਦ ਹੈ। ਕਰੋੜਾ ਕਰਮ ਕਰਤੱਵ ਕਰਨ ਤੋਂ ਪਤਾ ਕਿਵੇਂ ਨਾ ਕਿਵੇਂ ਲੱਭ ਜੇ ਸ਼ੈਤ ਨਹੀਂ ਲੱਭੇ। ਸੋ ਤੇਰੇ ਹਸਤਾ ਮਲ ਹੋਇਓ। ਉਹ ਜਿਹੜਾ ਸਰੂਪ ਹੈ ਤੇਰੇ ਤਾਈ ਤਾਂ ਜੇ ਹੱਥ ਤੇ ਕੋਈ ਔੜਾ ਰੱਖਿਆ ਹੋਵੇ ਉਹਦੇ ਸਮਾਨ ਸਾਖਿਆਤ ਪ੍ਰਗਟ ਪ੍ਰਤੱਖ ਹੋ ਗਿਆ। ਸਤ ਸੰਗਤ ਕਰਨਾ ਤੇ ਜੋਇਓ। ਇਹ ਵੀ ਸਾਧੂਆਂ ਦੀ ਸਤਸੰਗਤ ਦੀ ਕਿਰਪਾ ਕਰਕੇ ਤੈਨੇ ਐਸਾ ਤੱਕਿਆ ਹੈ। ਇਤਿ ਆਦਿਕ ਕਰ ਬਾਕ ਬਿਲਾਸਾ। ਇਸ ਤਰ੍ਹਾਂ ਫਕੀਰ ਨੇ ਦਾਰਸ਼ਕੋ ਦੇ ਨਾਲ ਆਨੰਦ ਨਾਲ ਬਚਨ ਬਿਲਾਸ ਕੀਤੇ। ਜਿਨ ਕੇ ਤਨ ਅਭਿਮਾਨ ਵਿਨਾਸਾ। ਜਿਸਦੇ ਸਰੀਰ ਦੇ ਵਿੱਚੋਂ ਜਿਹੜਾ ਮਾਨ ਹੈ ਬਿਲਕੁਲ ਨਾਸ ਹੋਇਆ ਪਿਆ। ਤਾਰਸ਼ ਕੋ ਮਸਤ ਸੁਨ ਹੋਇਓ। ਉਹ ਫਕੀਰ ਦੇ ਐਸੇ ਬਚਨ ਸੁਣ ਕੇ ਜਿਹੜਾ ਦਾਰਸ਼ਕੋ ਤਾਂ ਬਹੁਤ ਹੀ ਮਸਤ ਹੋ ਗਿਆ ਹੈ। ਅਨ ਮਨੋਰਥ ਉਰਤੇ ਖੋਇਓ। ਹੋਰ ਜਿਹੜੇ ਮੰਦੇ ਤਰ੍ਹਾਂ ਤਰ੍ਹਾਂ ਦੇ ਫੁਰਨੇ ਸੀ ਉਹ ਸਭ ਗੁਆ ਦਿੱਤੇ, ਛੱਡ ਦਿੱਤੇ। ਜੈ ਬੋ ਆਨ ਥਾਨ ਕੋ ਤਿਆਗਿਓ। ਵੇ ਹੁਣ ਇੱਥੋਂ ਛੱਡ ਕੇ ਮੈਂ ਕਿਸੇ ਹੋਰ ਥਾਂ ਜਾਵਾਂ, ਆਪਣਾ ਬਚਾਅ ਕਰਾਂ, ਮਰਨੋਂ ਬਚ ਜਾਵਾਂ, ਇਹ ਸਭ ਕੁਝ ਛੱਡ ਦਿੱਤਾ ਹੈ। ਅੰਤਰ ਬ੍ਰਿਤ ਕੇ ਰਸ ਮਹਿ ਪਾਗਿਓ। ਔਰ ਅੰਤਰ ਮੁਖ ਬਿਰਤੀ ਹੋ ਗਈ, ਉਸ ਦੇ ਰਸਤੇ ਵਿੱਚ ਹੀ ਰੰਗਿਆ ਗਿਆ। ਉਸ ਮਨ ਅਹੋ ਆਜ ਹੀ ਆਏ। ਬਸ ਉਸੇ ਵੇਲੇ ਵਿੱਚ ਹੀ ਉੱਚੀ ਬੋਲਣ ਲੱਗ ਪਿਆ, ਕਹਿੰਦੇ ਜਿਹੜੇ ਮੇਰੇ ਸਰੀਰ ਦੇ ਬੈਰੀ ਅੱਜ ਹੀ ਆ ਕੇ ਮੈਨੂੰ ਫੜ ਲੈਣ। ਕਰਿਓ ਜੇ ਚਾਹੈ ਦੇਹ ਮਰਵਾਏ। ਜੇ ਵੀ ਕੋਈ ਇਸ ਕਹਿੰਦੇ ਮਾਰਿਆ ਚਾਹੁੰਦਾ ਹੈ ਤੇ ਉਹ ਫੜ ਕੇ ਮੈਨੂੰ ਮਰਵਾ ਵੀ ਸਕਦਾ ਹੈ। ਅੰਤਵੰਤ ਤਨ ਕਹਾ ਸਨੇਹੋ। ਕਿਉਂਕਿ ਸਰੀਰ ਦਾ ਤਾਂ ਅਖੀਰ ਨੂੰ ਅੰਤ ਹੋਣਾ, ਨਾਸ ਹੋਣਾ। ਇਹਨਾਂ ਨੇ ਲਿਕਰਾਂ ਵਿੱਚ ਸੜਨਾ, ਕਬਰ ਵਿੱਚ ਦਿਸਣਾ, ਇਹਦਾ ਕੀ ਮੋਹ ਹੈ। ਨਿਸਚੈ ਬਿਨਸਨ ਗਤ ਕਬ ਲੇਹੋ। ਇਹ ਜਿਹੜਾ ਸਰੀਰ ਹੈ ਤੇ ਨੀਚੇ ਵਾਲੀ ਗੱਲ ਹੈ, ਕਦੇ ਨਾ ਕਦੇ ਇਹਨੇ ਨਾਸ ਵਾਲੀ ਹਾਲਤ ਨੂੰ ਲੈਣਾ ਹੀ, ਇਹਨੇ ਨਾਸ ਹੋਣਾ ਹੀ ਹੈ, ਖਤਮ ਹੋਣਾ ਹੀ ਹੈ। ਦ੍ਰਿੜ ਸੰਕਲਪ ਜਬ ਹੈ ਇਮ ਕੀਨ। ਇਸ ਤਰ੍ਹਾਂ ਜਦੋਂ ਮਨ ਦੇ ਵਿੱਚ ਪੱਕਾ ਇਹਨੇ ਫੁਰਨਾ ਕਰ ਲਿਆ ਹੈ, ਸਕਲ ਸਮਾਜ ਨਫਰ ਕੋ ਦੀਨ। ਜਿੰਨਾ ਆਪਣੇ ਕੋਲ ਸਾਜੋ ਸਮਾਨ ਸੀ ਆਪਣੇ ਨੌਕਰ ਚਾਕਰ ਨੂੰ ਸਾਰਾ ਦੇ ਦਿੱਤਾ ਹੈ। ਜੇਵਰ ਜਰੇ ਜਵਾਹਰ ਸਾਰੇ। ਹਾਂ, ਜਿਹੜੇ ਗਹਿਣੇ ਆ ਜਿਨ੍ਹਾਂ ਦੇ ਵਿੱਚ ਸਾਰੇ ਜਵਾਹਰ ਆਦਿਕ ਜੜਤ ਕੀਤੇ ਸੀ। ਸ਼ਸਤਰ ਬਸਤਰ ਹਾਏ ਸਹਿਤ ਉਦਾਰੇ। ਸ਼ਸਤਰ ਤੇ ਹੋਰ ਜਿਹੜੇ ਬਸਤਰ ਪਾਤਸ਼ਾਹੀ ਹੈ ਸਾਰੇ ਦੇ ਸਾਰੇ ਹੀ। ਦੇ ਸਰ ਬੰਸ ਕਹਿਓ ਅਬ ਜਾਹੋ। ਜਿਹੜਾ ਸਰਵਾਸੀ ਭਾਵ ਜੋ ਕੁਲ ਪਾਤਸ਼ਾਹੀ ਠਾਠ ਬਾੜ ਸੀ, ਉਹ ਘੋੜਾ ਵੀ ਇਸੇ ਤਰ੍ਹਾਂ ਹੀਰੇ ਰਤਨ ਸ਼ਾਹੀ ਪੁਸ਼ਾਕ ਸਭ ਕੁਛ ਉਹ ਨੌਕਰ ਨੂੰ ਦੇ ਕੇ ਕਹਿਣ ਲੱਗਾ, ਲੈ ਵੀ ਹੁਣ ਤੂੰ ਚਲਾ ਜਾ। ਬੈਠ ਸਦਨ ਮਹਿ ਸਭ ਸੋ ਖਾਹੋ।
ਬੈਠ ਸਦਨ ਮਹਿ ਸਭ ਸੋ ਖਾਹੋ। ਹਾਂ ਕਹਿੰਦੇ ਘਰ ਵਿੱਚ ਬੈਠ ਕੇ ਸਾਰਿਆਂ ਨਾਲ ਮਿਲ ਕੇ ਤੂੰ ਵੀ ਇਹ ਜਿਹੜਾ ਮੈਂ ਦੇ ਦਿੱਤਾ ਇਹਨੂੰ ਸ਼ਖਸ ਕਾ ਟੱਬਰ ਢੀਰ ਨਾਲ ਦੇਖ ਕੁਚਾਲ ਨਫਰ ਦੁਖ ਪਾਏ। ਆ ਇਸ ਤਰ੍ਹਾਂ ਦੀ ਕਹਿੰਦੇ ਖੋਟੀ ਜੀ ਚਾਲ ਦੇ ਕ੍ਰਿਤੀ ਜੀ ਦੇਖ ਕੇ ਵੀ ਵੇਖੋ ਹਜੇ ਵੀ ਸਮਝਦਾ ਨਹੀਂ, ਅਜੇ ਸਭ ਕੁਛ ਮੈਨੂੰ ਦੇ, ਮੈਨੂੰ ਵੀ ਭੇਜਦਾ, ਨੌਕਰ ਨੇ ਦੁੱਖ ਜਾ ਪਾਇਆ ਹੈ। ਰੁਦਤ ਆਪਨੇ ਧਾਮ ਸਿਧਾਏ। ਫਿਰ ਨੌਕਰ ਰੋਂਦਾ ਰੋਂਦਾ ਆਪਣੇ ਘਰ ਵੱਲ ਨੂੰ ਚਲਾ ਗਿਆ। ਨਿਰਭੈ ਹੋਏ ਕਾਰ ਦਾਰਸ਼ ਕੋ ਹੋ। ਇਧਰ ਜਿਹੜਾ ਦਾਰਸ਼ ਕੋ ਐਨ ਪੋਲ ਬਿਲਕੁਲ ਭੈ ਤੋਂ ਰਹਿਤ ਹੋ ਕੇ ਬੈਠਿਓ ਬਿਨ ਸੇ ਮਾਨ ਨਾ ਮਾਨ ਰਮੋਹ। ਬਸ ਬੈਠਾ ਨਿਰਭਉ ਹੋਇਆ ਹੋਇਆ, ਮਾਨ ਤੇ ਮੋਹ ਇਹਦਾ ਨਾਸ ਹੋਇਆ ਹੋਇਆ ਹੈ। ਹਿਤ ਹੇਰਨ ਨਾਰ ਮਿਲੇ ਕਨੇਰੇ। ਇਹ ਦਾਰਸ਼ਕ ਨੂੰ ਕਹਿੰਦੇ ਦੇਖਣ ਵਾਸਤੇ ਉੱਥੇ ਬਹੁਤੇ ਮਨੁੱਖ ਜੇ ਮਿਲ ਗਏ, ਇਕੱਠਿਆਂ ਹੋ ਗਏ। ਸਭ ਮਹਿ ਬੋਲ ਉਠਿਓ ਤਿਸ ਬੇਰੇ। ਸਾਰੇ ਲੋਕਾਂ ਦੇ ਇਕੱਠ ਵਿੱਚ ਦਾਰਸ਼ਕੋ ਕਹਿੰਦੇ ਇਸ ਤਰ੍ਹਾਂ ਬੋਲ ਉੱਠਿਆ ਹੈ। ਇਹੋ ਤਨ ਦਾਰਸ਼ਕੋ ਹੋ ਨਿਹਾਰੋ। ਕਹਿੰਦੇ ਉਹ ਦੁਨੀਆ ਦੇ ਲੋਕੋ ਆ ਜਿਹੜਾ ਸਰੀਰ ਹੈ ਇਹ ਦਾਰਸ਼ਕੋ ਹੈ, ਸ਼ਾਹਜਹਾਂ ਦੇ ਵੱਡੇ ਪੁੱਤਰ ਦਾ ਵੇਖ ਲੋ। ਆਏ ਗਹੋ ਰਿਪ ਚਾਹੈ ਕਿ ਮਾਰੋ। ਜੇ ਵੀ ਇਹ ਦਾਰਸ਼ਕੋ ਦੇ ਸਰੀਰ ਦਾ ਕੋਈ ਬੈਰੀ ਹੈਗਾ ਆ ਕੇ ਫੜ ਲੋ ਤੇ ਫੜ ਕੇ ਸਰੀਰ ਨੂੰ ਮਾਰ ਦਿਓ। ਸੁਨ ਸੁਨ ਲੋਕ ਸਕਲ ਬਿਸਮਾਏ। ਇਸ ਤਰ੍ਹਾਂ ਦੀ ਗੱਲ ਸੁਣ ਸੁਣ ਕੇ ਜਿਹੜੇ ਸਿਆਣੇ ਲੋਕ ਆ ਬੜੇ ਹੈਰਾਨ ਜੇ ਹੋ ਗਏ। ਕਿਉ ਨਹਿ ਦੁਰੈ ਤਰਾਸ ਕੋ ਪਾਏ। ਇਹ ਰੰਗਜੇਬ ਦੀ ਫੌਜ ਫੜਨ ਲਈ ਫਿਰਦੀ ਹੈ, ਇਹ ਡਰ ਪੈ ਕੇ ਕਿਉਂ ਨਹੀਂ ਲੁਕਦਾ ਹੈ। ਕੇ ਤਿਕ ਗਏ ਸੁਨਾਵਨ ਕਾਰਨ। ਕਈ ਜਿਹੜੇ ਉਹਨਾਂ ਵਿੱਚੋਂ ਰੰਗਜੇਬ ਦੇ ਪੱਖੀ ਸੀ ਝਟਪਟ ਮਰਾਵਾਂ ਨੂੰ ਸੁਣਾਉਣ ਵਾਸਤੇ ਚਲੇ ਗਏ। ਜੋ ਜਹ ਕਹੈ ਫਿਰ ਕਰਤ ਨਿਹਾਰਨ। ਜਿਹੜੇ ਰੰਗਜੇਬ ਦੇ ਅਮਰਾਵ ਜਿੱਥੇ ਫਿਰ ਕੇ ਜਿੱਥੇ ਕਿੱਥੇ ਫਿਰ ਕੇ ਦਾਰਸ਼ਕੋਂ ਨੂੰ ਵੇਖਦੇ ਲੱਭਦੇ ਫਿਰ ਰਹੇ ਸੀ। ਨੌ ਰੰਗ ਕੇ ਉਮਰਾਵ ਵਡੇਰੇ। ਜਿਹੜੇ ਰੰਗਜੇਬ ਦੇ ਬੜੇ ਬੜੇ ਅਮਰਾਵ ਭੇਜੇ ਸਨ, ਖੋਜਤ ਲਸ਼ਕਰ ਫਿਰਤ ਕਨੇਰੇ। ਉਹ ਆਪਣੇ ਦਲਾਂ ਦੇ ਸਹਿ ਦਾਰਸ਼ਕੋਂ ਨੂੰ ਲੱਭਦੇ ਫਿਰਦੇ ਸਨ। 300 ਕਹਿਓ ਜਾਏ ਤਤਕਾਲਾ। ਇਹਨਾਂ ਲੋਕਾਂ ਨੇ ਜਦੋਂ ਉਹਨਾਂ ਨੂੰ ਬੜੀ ਜਾ ਕੇ ਕਿਹਾ ਬੜੀ ਛੇਤੀ ਹੀ ਸੁਨਕਾਰ ਦੌਰੇ ਕੀਨ ਉਤਾਲਾ। ਉਸੇ ਵੇਲੇ ਬੁਤਲਾ ਤੇਜੀ ਕਰਕੇ ਤੇਜੀਓ ਦੌੜੇ ਛੇਤੀ ਭਜੇ ਇਸ ਦੇ ਬਲ ਨੂੰ। ਸੰਸਾਰ ਪਰਮ ਹੰਸ ਜਹ ਬੈਸਾ। ਇਧਰ ਜਿਹੜਾ ਦਾਰਸ਼ਕੋ ਜਿਵੇਂ ਮਹਾਨ ਵੱਡਾ ਤਤਵੇਤਾ ਹੁੰਦਾ ਨੇ ਉਹ ਕਹਿੰਦੇ ਬੈਠਾ ਹੋਇਆ ਹੈ। ਨਿਰਭੈ ਤ੍ਰਿਲੋਕੀ ਪਤ ਹੈ ਜੈਸਾ। ਜਿਵੇਂ ਤਿੰਨਾਂ ਲੋਕਾਂ ਦਾ ਮਾਲਕ ਭਗਵਾਨ ਵਿਸ਼ਨੂੰ ਹੋਵੇ ਉਹਦੇ ਸਮਾਨ ਨਿਰਭੈ ਹੋ ਕੇ ਬੈਠਾ ਉੱਥੇ। ਆਨ ਬਿਲੋਕਿਓ ਦੁਸ਼ਟਨ ਧਾਏ। ਇਧਰ ਕਹਿੰਦੇ ਜਿਹੜੇ ਦੁਸ਼ਟ ਲੋਕ ਨੇ ਧਾਵਾ ਕਰਕੇ ਆ ਵੇਖਿਆ ਦਾਰਸ਼ਕੋ ਗਹਿ ਕਰ ਲੀਨ ਮਤੰਗ ਚੜਾਏ। ਉਸੇ ਵੇਲੇ ਤਕੀਏ ਵਿੱਚੋਂ ਫੜ ਲਿਆ ਤੇ ਹਾਥੀ ਤੇ ਇਹਨੂੰ ਚੜਾ ਲਿਆ ਹੈ। ਲੈ ਕਰ ਦਿੱਲੀ ਪੁਰ ਕੋ ਗਏ। ਇਸ ਤਰ੍ਹਾਂ ਜਿੱਧਰ ਦਿੱਲੀ ਸ਼ਹਿਰ ਆ ਉਧਰ ਨੂੰ ਲੈ ਕੇ ਚਲੇ ਗਏ। ਦੁਸ਼ਮਨ ਦੁਸ਼ਟ ਹਰਖ ਜੁਤ ਪਏ। ਜਿੰਨੇ ਕਹਿੰਦੇ ਦਾਰਸ਼ਕੋ ਦੇ ਦੁਸ਼ਮਨ ਸੀ ਦੁਸ਼ਟ ਸੀ ਉਹ ਬੜੇ ਖੁਸ਼ੀ ਦੇ ਸਮੇਤ ਹੋਏ। ਪਾਪ ਆਤਮਾ ਨੌ ਰੰਗ ਮਹਾ। ਜਿਹੜਾ ਔਰੰਗਜ਼ੇਬ ਬੜੇ ਪਾਪੀ ਮਨ ਵਾਲਾ ਸੀ। ਕਰ ਕੈ ਕੈਦ ਬਿਠਾਇਆ ਤਹਾਂ। ਜਦੋਂ ਵੱਡਾ ਭਰਾ ਆ ਗਿਆ ਕਹਿੰਦੇ ਦਿੱਲੀ ਦੇ ਵਿੱਚ ਕੈਦ ਕਰਕੇ ਉਹਨੂੰ ਬਿਠਾ ਦਿੱਤਾ ਜੇਲ੍ਹ ਖਾਨੇ ਵਿੱਚ। ਦੋਹਰਾ ਹਰਖਿਓ ਨੌ ਰੰਗ ਦੁਰਮਤੀ। ਹਾਂ ਵੱਡੇ ਭਰਾ ਨੂੰ ਫੜ ਕੇ ਔਰੰਗਜ਼ੇਬ ਖੋਟੀ ਮਤ ਵਾਲਾ ਬੜਾ ਖੁਸ਼ ਹੋਇਆ ਹੈ। ਸ਼ਰਾ ਫਾਸ ਗਰ ਜਾਹੇ। ਜਿਹਦੇ ਗਲ ਦੇ ਵਿੱਚ ਮੁਸਲਮਾਨਾਂ ਦੀ ਸ਼ਰਾ ਦੀ ਫਾਹੀ ਪਈ ਹੋਈ ਹੈ। ਚਾਹਤ ਹੱਥ ਵੱਡ ਭਰਾਤ ਕੋ। ਇਹ ਕਹਿੰਦੇ ਔਰੰਗਜ਼ੇਬ ਹੁਣ ਵੱਡੇ ਭਰਾ ਦਾਰਸ਼ਕੋ
ਮਰਵਾਇਆ ਚਾਹੁੰਦਾ ਹੈ। ਵੇ ਮਸਲਤ ਸਭ ਪਾਹੇ ਜਿੰਨੇ ਕਾਜੀ ਮੁਲਾਣੇ ਅਮਰਾਵੈ ਸਾਰਿਆਂ ਤੋਂ ਸਲਾਹ ਲੈ ਕੇ ਚੌਪਈ ਜਹ ਦਰਵੇਸ਼ ਕੇ ਨਿਪਨ ਮੁਲਾਨੇ ਜਾਂ ਜਿਹੜੇ ਕਹਿੰਦੇ ਦਰਵੇਸ਼ ਲੋਕ ਸੀ ਜਾਂ ਜਿਹੜੇ ਕੋਈ ਮੁਲਾਣੇ ਮੁੱਲਾ ਸਿਆਣੇ ਚਤਰ ਸੀ ਚਲਹਿ ਸ਼ਰਾ ਮਹਿ ਜੋ ਬਹੁ ਮਾਨੇ ਜਿਹੜੇ ਮੁਸਲਮਾਨਾਂ ਦੀ ਸ਼ਰ੍ਹਾ ਵਿੱਚ ਚੱਲਦੇ ਸੀ ਤੇ ਜੋ ਬੜੇ ਮੰਨੇ ਪਰਮੰਨੇ ਦਰਵੇਸ਼ ਫਕੀਰ ਸੀ ਸਭ ਕੇ ਨਿਕਟ ਪਠਾਵਨ ਕਰਿਓ ਸਾਰਿਆਂ ਦੇ ਕੋਲ ਲਿਖ ਲਿਖ ਕੇ ਪੱਤਰ ਜਾ ਭੇਜਣਾ ਕੀਤਾ ਹੈ। ਲੈ ਕਾਗਦ ਭਰਾਤਾ ਜਿਮ ਧਰਿਓ ਜਿਵੇਂ ਭਰਾ ਨੂੰ ਪਕੜਿਆ ਗ੍ਰਿਫਤਾਰ ਕੀਤਾ ਕਾਗਜ਼ ਉੱਪਰ ਲਿਖ ਲਿਖ ਕੇ ਸਭ ਪਾਸੇ ਭੇਜਿਆ ਹੈ। ਸ਼ਰਾ ਵਹਿਰ ਐਸੇ ਇਹ ਚੱਲਿਓ ਮੇਰਾ ਵੱਡਾ ਭਰਾ ਮੁਸਲਮਾਨਾਂ ਦੀ ਜਿਹੜੀ ਸ਼ਰ੍ਹਾ ਉਹਦੇ ਵਿੱਚੋਂ ਇਸ ਤਰ੍ਹਾਂ ਇਹ ਬਾਹਰ ਹੋ ਕੇ ਚੱਲਿਆ ਹੈ। ਅਬ ਲੋ ਸੰਕਟ ਨਹਿ ਕੋ ਮਿਲਿਓ ਉਹ ਸ਼ਰ੍ਹਾ ਤੋਂ ਬਾਹਰ ਹੋਣ ਦਾ ਹੁਣ ਤੱਕ ਮੇਰੇ ਵੱਡੇ ਭਰਾ ਨੂੰ ਕੋਈ ਦੁੱਖ ਨਹੀਂ ਮਿਲਿਆ ਹੈ। ਮਾਰਨ ਉਚਿਤ ਲਖੋ ਬੁੱਧ ਸਾਥ ਤੁਸੀਂ ਵੀ ਮੁਲਾਣਿਓ ਉਮਰਾਵੋ ਦਰਵੇਸ਼ੋ ਜੇ ਵੀ ਇਹ ਆਪਣੀ ਬੁੱਧੀ ਨਾਲ ਜਾਣੋ ਵੀ ਇਹ ਮਾਰਨ ਯੋਗ ਹੈ। ਲਿਖੋ ਨਿਸ਼ਾਨੀ ਨਿਜ ਨਿਜ ਹਾਥ ਉਹ ਸਾਰੇ ਆਪੋ ਆਪਣੇ ਹੱਥਾਂ ਦੀ ਨਿਸ਼ਾਨੀਆਂ ਲਿਖ ਦਿਓ ਆਪਣੇ ਹੱਥਾਂ ਦੀਆਂ ਕਹਿੰਦੇ ਦਸਤਾਂ ਕਰ ਦਿਓ ਵੀ ਇਹ ਮਾਰਨ ਯੋਗ ਹੈ ਇਸ ਢੰਗ ਨਾਲ। ਸੁਨ ਨੌਰੰਗ ਕੋ ਸਵਾਲ ਮੁਲਾਨੇ ਜਿੰਨੇ ਮੁਲਾਣੇ ਸੀ ਹੋਇਆ ਸਵਾਲ ਪ੍ਰਸ਼ਨ ਸੁਣ ਕੇ ਔਰੰਗਜ਼ੇਬ ਦਾ ਮੂਡ ਨਹਿ ਖੁਦਾਏ ਕੋ ਜਾਣੇ ਜਿਹੜੇ ਮੂਰਖ ਲੋਕ ਸੀ ਖੁਦਾ ਨੂੰ ਕੁਝ ਨਹੀਂ ਜਾਣਦੇ ਬੁਝਦੇ ਸੀ ਮਾਰਨ ਉਚਤੈ ਲਿਖ ਲਿਖ ਦੀਨ ਉਹਨਾਂ ਨੇ ਸਾਰਿਆਂ ਨੇ ਲਿਖ ਲਿਖ ਕੇ ਇਹ ਲਿਖ ਦਿੱਤਾ ਵੀ ਇਹ ਦਾਰਸ਼ ਕੋ ਤਾਂ ਮਾਰਨ ਯੋਗ ਹੈ। ਨੌਰੰਗ ਕੋ ਡਰ ਔਰ ਬਹੁਤ ਕੀਨ ਕਿਉਂਕਿ ਔਰੰਗਜ਼ੇਬ ਦਾ ਹਿਰਦੇ ਵਿੱਚ ਬੜਾ ਡਰ ਜਾ ਧਾਰਨ ਕੀਤੇ ਵੀ ਜੇ ਨਾ ਲਿਖਿਆ ਸਾਨੂੰ ਫਿਰ ਮਰਵਾ ਦੇਗਾ ਜੇ ਲੋਭੀ ਲੰਪਟ ਕੁੜਿਆਰੇ ਜਿਹੜੇ ਧੰਦੇ ਲੋਭੀ ਸੀ ਵਿਸ਼ੇ ਲੰਪਟ ਸਨ ਝੂਠ ਦਾ ਘਰ ਸੀ ਕੁੜਿਆਰ ਸੀ ਝੂਠ ਬੋਲਣ ਵਾਲੇ ਲਿਖਿਓ ਸਬਨ ਦੀਜੈ ਇਸ ਮਾਰੇ ਸਾਰਿਆਂ ਨੇ ਲਿਖ ਲਿਖ ਕੇ ਦਸਖਤ ਕਰ ਕਰਕੇ ਭੇਜ ਦਿੱਤਾ ਵੀ ਇਹ ਦਾਰਸ਼ਕ ਨੂੰ ਮਾਰ ਦੇਣਾ ਚਾਹੀਦਾ ਹੈ। ਦੇਸ਼ ਵਿਦੇਸ਼ਨ ਜਹ ਕਹਿ ਸਾਰੇ ਦੇਸਾਂ ਵਿੱਚ ਪ੍ਰਦੇਸਾਂ ਵਿੱਚ ਜਿੱਥੇ ਕਿੱਥੇ ਸਾਰੇ ਹੀ ਲਿਖ ਲਿਖ ਪਾਠ ਦੀਨੇ ਹਲਕਾਰੇ ਲਿਖ ਲਿਖ ਕੇ ਪੱਤਰ ਜੇ ਤੇ ਹਲਕਾਰੇ ਚਿੱਠੀਆਂ ਵਾਲੇ ਲਿਜਾਣ ਵਾਲੇ ਚਿੱਠੀ ਰਸਾਇਣ ਭੇਜ ਦਿੱਤੇ। ਅਹੰ ਬ੍ਰਹਮ ਬੋਲਨ ਇਨ ਕੀਨ ਜਿਹੜਾ ਮੇਰਾ ਵੱਡਾ ਪਾਰਦਰਾਸ਼ ਕੋ ਹੈ ਇਹਨੇ ਵੀ ਅਹੰ ਬ੍ਰਹਮ ਹੈ ਬ੍ਰਹਮ ਹਾਂ ਇਸ ਤਰ੍ਹਾਂ ਦਾ ਬਚਨ ਬੋਲਣਾ ਕੀਤਾ ਮੁਖੋਂ ਬਨਿਓ ਖੁਦਾਏ ਆਪ ਕੋ ਚੀਨ ਜਾਣ ਲੋ ਇਹ ਆਪਣੇ ਆਪ ਵੀ ਖੁਦਾ ਬਣ ਗਿਆ ਹੈ। ਇਸ ਕੀ ਆਪਰ ਸਜਾਏ ਨ ਕੋਏ ਇਹਦੀ ਕਹਿੰਦੇ ਹੋਰ ਕੋਈ ਸਜ਼ਾ ਨਹੀਂ ਹੈ। ਹੱਥ ਸਾਮ ਸ਼ੇਰ ਪ੍ਰਾਨ ਦੇਹ ਖੋਏ ਬਈ ਤਲਵਾਰ ਦਾ ਇੱਕੋ ਮਾਰ ਮਾਰ ਕੇ ਇਹਦੇ ਪ੍ਰਾਣ ਨਾਸ਼ ਕਰ ਦਿਓ ਕਿਉਂਕਿ ਇਹਨੇ ਬੋਲਣਾ ਕੀਤਾ ਵੀ ਮੈਂ ਬ੍ਰਹਮ ਹਾਂ। ਅਰਥੀ ਗਾਨ ਦਰਵੇਸ਼ ਮੁਲਾਨੇ ਜਿਹੜੇ ਧੰਦੇ ਮਤਵਲੀ ਲੋਕ ਸੀ ਹੋਰ ਜਿਹੜੇ ਮੁਲਾਣੇ ਹੋਰ ਜਿਹੜੇ ਕੋਈ ਦਰਵੇਸ਼ ਸਨ ਦੁਨੀਆ ਦੇ ਪਦਾਰਥਾਂ ਦੁੱਧ ਮਲਾਈਆਂ ਖਾਣ ਵਾਲੇ ਲਿਖ ਲਿਖ ਦੀਨ ਤਰਾਸ ਕੋ ਮਾਨੇ ਔਰੰਗਜ਼ੇਬ ਦਾ ਡਰ ਜਾ ਮੰਨ ਕੇ ਸਭ ਨੇ ਲਿਖ ਲਿਖ ਕੇ ਦੇ ਦਿੱਤਾ ਦਸਖਤਾਂ ਕਰ ਦਿੱਤੀਆਂ। ਜੇ ਨਸੰਗ ਮਗ ਲਖਿਓ ਖੁਦਾਏ ਜਿਹੜੇ ਨਿਡਰ ਲੋਕ ਸੀ ਡਰਦੇ ਨਹੀਂ ਸੀ ਜਿਨ੍ਹਾਂ ਨੇ ਖੁਦਾ ਦੇ ਰਸਤੇ ਨੂੰ ਚੰਗੀ ਤਰ੍ਹਾਂ ਜਾਣਿਆ ਹੋਇਆ ਸੀ ਨਹੀਂ ਤਰਾਸ ਨੌਰੰਗ ਤੇ ਪਾਏ ਜਿਹੜੇ ਔਰੰਗਜ਼ੇਬ ਤੋਂ ਬਿਲਕੁਲ ਕੋਈ ਡਰ ਭੈ ਨਹੀਂ ਪਾਉਂਦੇ ਸਨ ਤਿਨਹੋ ਸਾਚ ਲਿਖ ਕਾਗਦ ਪਠੇ ਉਹਨਾਂ ਨੇ ਕਾਗਜ਼ ਉੱਪਰ ਐਨ ਸੱਚਾਈ ਵਚਨ ਲਿਖ ਕੇ ਭੇਜਿਆ ਹੈ। ਚਿਤ ਮਹਿ ਦੁਖੀ ਭਇਓ ਜਿਨ ਪਠੇ ਇਹਨਾਂ ਸੱਚੇ ਵਚਨਾਂ ਨੂੰ ਪੜ੍ਹ ਕੇ ਜਿਹੜਾ ਔਰੰਗਜ਼ੇਬ ਚਿੱਤ ਵਿੱਚ ਬਹੁਤ ਦੁਖੀ ਹੋਇਆ ਹੈ ਸਭ ਬਿਦਦਾਰ ਸ਼ਕੋ ਸੁਜਾਨਾ ਕਿਉਂਕਿ ਉਹਨਾਂ ਦਰਵੇਸ਼ਾਂ ਨੇ ਉਹ ਲਿਖ ਕੇ ਭੇਜਿਆ ਵੀ ਹੈ ਔਰੰਗਜ਼ੇਬ ਜਿਹੜਾ ਦਰਸ਼ਕ ਉਹ ਸਭ ਤਰ੍ਹਾਂ ਕਰਕੇ ਸੁਗੜ ਸਜਾਨ ਹੈ। ਪ੍ਰਾਨ ਹਾਨ ਕੇ ਉਚਿਤ ਨ
ਨ ਜਾਣਾ। ਇਹ ਭਰਾ ਨੂੰ ਇਹ ਪ੍ਰਾਣਾਂ ਦਾ ਨਾਸ਼ ਕਰ ਦਈਏ ਨੇ, ਪ੍ਰਾਣ ਖਤਮ ਕਰ ਦਈਏ, ਪ੍ਰਾਣਾਂ ਦੇ ਨਾਸ਼ ਕਰਨ ਯੋਗ ਨਹੀਂ ਇਹ ਜਾਣਿਆ ਜਾਂਦਾ, ਮਾਰਨ ਯੋਗ ਨਹੀਂ ਹੈ। ਜੋ ਜਿਸ ਕੋ ਹੋਵੈ ਦੁਖਦਾਈ। ਕਿਉਂ ਸਗੋਂ ਲਿਖ ਕੇ ਭੇਜ ਦਿੱਤਾ ਵੀ ਜੋ ਵੀ ਪੁਰਸ਼ ਜੋ ਕਿਸੇ ਨੂੰ ਦੁੱਖ ਦੇਣ ਵਾਲਾ ਹੁੰਦਾ, ਜੇ ਭਰਾ ਨੂੰ ਕੋਈ ਭਰਾ ਦੁੱਖ ਦਿੰਦਾ ਹੈ, ਸਾਰਾ ਬੀਚ ਸੋ ਉਚਿਤ ਸਜਾ। ਮੁਸਲਮਾਨਾਂ ਦੀ ਸ਼ਰ੍ਹਾ ਦੇ ਵਿੱਚ ਤਾਂ ਸਜ਼ਾ ਦੇ ਯੋਗ ਹੈ। ਇਸ ਕਰਕੇ ਜੇ ਵੀ ਤੂੰ ਭਰਾ ਨੂੰ ਦੁੱਖ ਦੇਗਾ, ਤੂੰ ਵੀ ਸਜ਼ਾ ਦਾ ਯੋਗ ਹੋ ਜਾਏਗਾ। ਇਮ ਲਿਖ ਵਿਰਲੇ ਸੰਤਨ ਭੇਜਾ। ਇਸ ਤਰ੍ਹਾਂ ਦਾ ਕਹਿੰਦੇ ਲਿਖ ਲਿਖ ਕੇ ਬਿਰਲਿਆਂ ਸਾਧੂਆਂ ਸੰਤਾਂ ਦਰਵੇਸ਼ਾਂ ਨੇ ਭੇਜਿਆ ਹੈ। ਜਿਸ ਪਾਟ ਦੁਖ ਜਨ ਫਟਤ ਕਰੇਜਾ। ਜਿਨ੍ਹਾਂ ਨੂੰ ਪੜ ਕੇ ਜਾਨੀ ਇਹਨੂੰ ਦੁੱਖ ਹੋਇਆ ਤੇ ਕਲੇਜੇ ਹੀ ਮਨੋਂ ਪਾਟ ਰਿਹਾ ਔਰੰਗਜ਼ੇਬ ਦਾ। ਲਿਖਤ 300 ਅਪਰ 72। ਕਹਿੰਦੇ ਇਸ ਤਰ੍ਹਾਂ 372 ਜਿਹੜੇ ਕਹਿੰਦੇ ਲਿਖਤਾਂ 372 ਜਿਹੜੀਆਂ ਦਸਖਤਾਂ ਹਨ। ਜਹ ਕਹਤੇ ਭੇਜੇ ਕਹਿ ਉੱਤਰ। ਜਿੱਥੋਂ ਕਿੱਥੋਂ ਕਹਿੰਦੇ ਲਿਖਤੇ ਜਵਾਬ ਦੇ ਵਿੱਚ ਭੇਜਿਆ ਹੈ ਦਸਖਤਾਂ ਕਰਕੇ। ਬੇਮੋਹਤਾਜੇ ਸੰਤਜ ਪੂਰੇ। ਉਹਨਾਂ ਨੇ 372 ਦਸਖਤਾਂ ਕਰਕੇ ਭੇਜਿਆ ਵੀ ਮਾਰ ਦੇਣਾ ਚਾਹੀਦਾ, ਪਰ ਫਿਰ ਵੀ ਉਹਨਾਂ ਵਿੱਚੋਂ ਜਿਹੜੇ ਬੇਮੋਹਤਾਜ ਸਨ, ਕੋਈ ਮੁਹਤਾਜੀ ਅਧੀਨਗੀ ਨਹੀਂ ਮੰਨਦੇ ਸਨ ਤੇ ਪੂਰੇ ਸੰਤ ਸੀ। ਤਿਨਹੋ ਨ ਲਿਖਿਓ ਕਹਿਓ ਤਿਸ ਕੂਰੇ। ਉਹਨਾਂ ਨੇ ਬਿਲਕੁਲ ਨਹੀਂ ਲਿਖਿਆ ਵੀ ਇਹਨੂੰ ਮਾਰਨਾ ਯੋਗ ਹੈ। ਉਹਨਾਂ ਨੇ ਕਿਹਾ ਇਹ ਤਾਂ ਸਭ ਕਰ ਝੂਠ ਮੂਠ ਹੀ ਹੈ। ਮਹਾ ਦੁਸ਼ਟ ਹੋਇਆ ਚਹਿ ਸਾਚਾ। ਰੇ ਰੰਗ ਜੇ ਬੜਾ ਦੁਰਟ ਸੀ। ਇਸ ਤਰ੍ਹਾਂ ਕਹਿੰਦੇ ਲੋਕਾਂ ਦੇ ਫਤਵੇ ਲਵਾ ਕੇ ਸੱਚਾ ਹੋਇਆ ਚਾਹੁੰਦਾ ਸੀ। ਲਿਖਿਓ ਸ਼ਰੀਅਨ ਕੋ ਸਭ ਬਾਚਾ। ਜਿਹੜੇ ਮੁਸਲਮਾਨਾਂ ਦੀ ਸ਼ਰ੍ਹਾ ਵਿੱਚ ਚੱਲਣ ਵਾਲੇ ਸ਼ਰਈ ਲੇਖ ਉਹਨਾਂ ਦਾ ਥਾਂ ਥਾਂ ਤੋਂ ਲਿਖਿਆ ਹੋਇਆ ਨੇ, ਬਾਚਿਆ ਪੜਿਆ ਹੈ। ਜਿਨਹੋ ਜਥਾਰਥ ਬਾਕ ਬਖਾਨੇ। ਜਿਨ੍ਹਾਂ ਨੇ ਕਹਿੰਦੇ ਅਸਲੀ ਖੁਦਾ ਦੇ ਫਕੀਰਾਂ ਨੇ, ਦਰਵੇਸ਼ਾਂ ਨੇ ਜਥਾਰਥ ਵਚਨ ਕਹੇ, ਸੱਚੇ ਵਚਨ ਕਹੇ ਵੀ ਇਹ ਮਾਰਨ ਯੋਗ ਨਹੀਂ ਹੈ। ਪੱਖੀ ਦਾਰਸ਼ਕੋ ਹੋ ਸੁਜਾਨੇ। ਉਹ ਸਾਰਿਆਂ ਨੂੰ ਵੀ ਇਹ ਦਾਰਸ਼ਕੋ ਦੇ ਪੱਖ ਕਰਨ ਵਾਲੇ, ਉਹਦੇ ਪੱਖੀ, ਉਹਦੇ ਮਦਦਗਾਰਿਆਂ ਜਾਣ ਲਿਆ ਹੈ। ਤਿੰਨ ਕੇ ਸਾਥ ਵਿਰੋਧ ਵਧਾਇਓ। ਉਹਨਾਂ ਦਰਵੇਸ਼ਾਂ ਦੇ ਨਾਲ ਵੀ ਬੜਾ ਭਾਰੀ ਬੈਰ ਵਿਰੋਧ ਔਰੰਗਜ਼ੇਬ ਨੇ ਫਿਰ ਵਧਾਇਆ ਹੈ। ਕੇਤਿਕ ਕੋ ਗਹਿ ਗਹਿ ਮਾਰਵਾਇਓ। ਕਈਆਂ ਨੂੰ ਤਾਂ ਦਰਵੇਸ਼ਾਂ ਨੂੰ ਫੜ ਫੜ ਕੇ ਉਸੇ ਵੇਲੇ ਮਰਵਾ ਦਿੱਤਾ ਵੀ ਤੁਸੀਂ ਕਹਿੰਦੇ ਮਾਰਨ ਯੋਗ ਹੈ, ਚੰਗਾ ਨਹੀਂ ਹੈ ਤੇ ਫਿਰ ਤੁਹਾਨੂੰ ਮਾਰਦੇ। ਸਰਮਦ ਨਾਮ ਏਕ ਦਰਵੇਸ਼। ਇੱਕ ਦਿੱਲੀ ਵਿੱਚ ਰਹਿਣ ਵਾਲਾ ਕਹਿੰਦੇ ਬੜਾ ਤਕੜਾ ਕਹਿੰਦੇ ਸਰਮਦ ਨਾਮ ਦਾ ਦਰਮੇਸ਼ ਸੀ। ਰਹਿ ਪੁਰੀ ਮਹਿ ਮਸਤ ਵਿਸ਼ੇਸ਼। ਇਹ ਦਿੱਲੀ ਸ਼ਹਿਰ ਦੇ ਵਿੱਚ ਹਮੇਸ਼ਾ ਕਹਿੰਦੇ ਮਸਤ ਹੋਇਆ ਫਿਰਦਾ ਰਹਿੰਦਾ ਸੀ। ਪ੍ਰਭ ਕੇ ਰੰਗ ਰਚਿਓ ਨਿਤ ਰਹੈ। ਹਮੇਸ਼ਾ ਪਰਮੇਸ਼ਰ ਦੇ ਰੰਗ ਦੇ ਵਿੱਚ ਹੀ ਰਚਿਆ ਰਹਿੰਦਾ ਸੀ। ਕਬ ਕਬ ਮੌਜ ਆਪਣੀ ਕਹੈ। ਕਦੇ ਆਪਣੀ ਮੌਜ ਵੀ ਆਪਣੀ ਖੁਸ਼ੀ ਵਿੱਚ ਇਉਂ ਕਹਿਣ ਲੱਗ ਪੈਂਦਾ ਸੀ ਇਹ ਸਰਮਤ। ਦਾਰਸ਼ ਕੋ ਸ਼ਾਹ ਹਮ ਕੀਨ। ਜਿਹੜਾ ਦਾਰਸ਼ਕੋ ਹੈ ਨਾ, ਉਹਨੂੰ ਅਸੀਂ ਪਾਤਸ਼ਾਹ ਬਣਾ ਦਿੱਤਾ ਹੈ। ਸਲਤਨ ਅਬਿਨਾਸੀ ਤਿਸ ਦੀਨ। ਆਵੇ ਦੁਨੀਆ ਦੇ ਲੋਕੋ ਸੁਣ ਲੋ, ਉਸਨੂੰ ਅਸੀਂ ਨਾਸ ਤੋਂ ਰਹਿਤ ਜਿਹੜੀ ਪਾਤਸ਼ਾਹੀ ਹੈ ਨਾ ਉਹ ਦੇ ਦਿੱਤੀ ਹੈ। ਸੁਨ ਸੁਨ ਆਵਰੰਗ ਕੋ ਨਾਰ ਕਹੈ। ਇਸ ਤਰ੍ਹਾਂ ਸਰਮਦ ਫਕੀਰ ਤੋਂ ਸੁਣ ਸੁਣ ਕੇ ਔਰੰਗਜ਼ੇਬ ਨੂੰ ਲੋਕ ਜਾ ਕੇ ਕਹਿੰਦੇ ਰਿਸ਼ਤੇ ਜਰੈ ਅਧਿਕ ਦੁਖ ਸਹੈ। ਕਹਿੰਦੇ ਉਸ ਵੇਲੇ ਔਰੰਗਜ਼ੇਬ ਸੁਣ ਕੇ ਗੁੱਸੇ ਨਾਲ ਸੜਦਾ, ਬੜਾ ਦੁੱਖ ਸਹਾਰਦਾ ਹੈ। ਜਿਤ ਕਿਤ ਪੂਰਨ ਸੰਤ ਮਹਾਨੇ। ਜਿੱਥੇ ਕਿੱਥੇ ਕਹਿੰਦੇ ਮਹਾਨ ਪੂਰਨ ਸੰਤ ਸੀ। ਤਿੰਨ ਤੇ ਸੁਨਹਿ ਭਰਾਤ ਜਸ ਕਾਨੇ। ਉਹਨਾਂ ਸੰਤਾਂ ਤੋਂ ਆਪਣੇ ਵੱਡੇ ਭਰਾ ਦਾ ਜਿਹੜਾ ਜਸ ਹੈ ਕੰਨਾਂ ਵਿੱਚ ਸੁਣਦਾ ਇਹ। ਪਾਏ ਕਸ਼ਟ ਕੋ ਚਿਤ ਰਿਸ ਭੀਨ।
ਦੀਨਾ। ਆ ਕਹਿੰਦੇ ਚਿੱਤ ਵਿੱਚ ਦੁੱਖ ਪਾ ਕੇ ਤੇ ਗੁੱਸੇ ਵਿੱਚ ਲੀਨ ਹੋ ਗਿਆ ਔਰੰਗਜ਼ੇਬ। ਤਬ ਦੁਰਮਤੀ ਹੁਕਮ ਕਰ ਦੀਨਾ। ਲੋਕ ਕਹਿੰਦੇ ਜਿਹੜਾ ਖੋਟੀ ਮਤ ਵਾਲਾ ਔਰੰਗਜ਼ੇਬ ਹੈ ਉਸਨੇ ਹੁਕਮ ਕਰ ਦਿੱਤਾ ਹੈ। ਰਾਸ਼ਬ ਪਰ ਚੜਾਏ ਲੈ ਜਾਵਹੁ। ਕਹਿੰਦੇ ਵੀ ਇਹ ਜਿਹੜਾ ਸਰਮਦ ਫਕੀਰ ਹੈ ਨਾ, ਜਿਹੜਾ ਕਹਿੰਦਾ ਵੀ ਇਹਨੂੰ ਬਹੁਤ ਵੱਡੀ ਅਸੀਂ ਪਾਤਸ਼ਾਹੀ ਦੇ ਦਿੱਤੀ ਹੈ, ਕਹਿੰਦੇ ਆ ਮੇਰੇ ਵੱਡੇ ਭਰਾ ਨੂੰ ਨਾ ਹੁਣ ਤੁਸੀਂ ਗਧੇ ਉੱਪਰ ਚੜਾ ਕੇ ਲਿਜਾਓ। ਚੌਹ ਦਿਸ਼ ਪੁਰ ਕੇ ਬਿਦਤ ਫਿਰਾਵਹੁ। ਪਹਿਲਾਂ ਤਾਂ ਕਹਿੰਦੇ ਦਿੱਲੀ ਸ਼ਹਿਰ ਦੇ ਵਿਚਾਰ ਸਵੇਰੇ ਸਾਰਿਆਂ ਦੇ ਪ੍ਰਗਟ ਪ੍ਰਤਾਖੀ ਨੂੰ ਫੇਰੋ ਗੇੜੇ ਕਢਾਓ। ਸਭ ਉਮਰਾਵ ਆਦ ਜੇ ਲੋਕ। ਦਿੱਲੀ ਸ਼ਹਿਰ ਵਿੱਚ ਉਮਰਾਵ ਲੈਂਦੇ ਹੋਰ ਲੋਕ ਰਹਿੰਦੇ ਹਨ। ਸੁਨ ਕਰ ਬਿਸਮੇ ਧਰ ਔਰ ਸ਼ੋਕ। ਸੁਣ ਕੇ ਬੜੇ ਹੈਰਾਨ ਜੇ ਹੋਏ, ਸਾਰਿਆਂ ਨੇ ਹਿਰਦਿਆਂ ਵਿੱਚ ਸ਼ੋਕ ਧਾਰਿਆ ਵੀ ਇਹ ਕੀ ਕਹਿ ਰਿਹਾ ਹੈ। ਕਹਿ ਨਹਿ ਸਕਹਿ ਅਧਿਕ ਡਰ ਧਾਰੈ। ਹਾਂ, ਬਹੁਤ ਕਹਿ ਨਹੀਂ ਸਕਦੇ, ਹਿਰਦੇ ਵਿੱਚ ਬਹੁਤਾ ਡਰ ਜਾ ਧਾਰਦੇ ਔਰੰਗਜ਼ੇਬ। ਮਹਾਕੂਰ ਦੁਰਮਤੀ ਵਿਚਾਰੈ। ਬੜਾਏ ਔਰੰਗਜ਼ੇਬ ਝੂਠ ਬੋਲਣ ਵਾਲਾ, ਖੋਟੀ ਮਤ ਵਾਲਾ ਹੈ, ਉਹ ਵਿਚਾਰਦੇ। ਤਉ ਕਿਨਹੋ ਸਾਹਸ ਕਰ ਭਾਰੀ। ਕਈਆਂ ਨੇ ਬਹੁਤਾ ਮੰਦਾ ਹਠ ਜਾ ਧਾਰਨ ਕਰਕੇ ਹਾਥ ਜੋਰ ਕਰ ਅਰਜ ਉਚਾਰੀ। ਔਰੰਗਜ਼ੇਬ ਦੇ ਅੱਗੇ ਹੱਥ ਜੋੜ ਕੇ ਬੇਨਤੀ ਜੀ ਕੀਤੀ ਹੈ। ਸ਼ਾਹਨ ਕੇ ਸੁਤ ਜੋਗ ਨ ਐਸੇ। ਔਰੰਗਜ਼ੇਬ ਜੀ ਜਿਹੜੇ ਪਾਤਸ਼ਾਹ ਦੇ ਪੁੱਤਰ ਹੁੰਦੇ ਇਸ ਤਰ੍ਹਾਂ ਗਧੇ ਉੱਪਰ ਚੜਾਉਣੇ ਯੋਗ ਨਹੀਂ ਹੁੰਦੇ। ਹੁਕਮ ਦਿਓ ਰਾਸ਼ਬ ਕੋ ਜੈਸੇ। ਆਪ ਜੀ ਨੇ ਹੁਕਮ ਦੇ ਦਿੱਤਾ ਵੀ ਉਹਨੂੰ ਗਧੇ ਤੇ ਚੜਾ ਕੇ ਦਿੱਲੀ ਵਿੱਚ ਫੇਰੋ। ਨਹਿ ਕਬਹੂ ਇਹ ਭਈ ਅਗਾਰੀ। ਜਦੋਂ ਦੀ ਦੁਨੀਆ ਬਣੀ ਉਦੋਂ ਤੋਂ ਇਸ ਤਰ੍ਹਾਂ ਦੀ ਗੱਲ ਤਾਂ ਕਦੇ ਹੋਈ ਹੀ ਨਹੀਂ ਹੈ। ਬੇ ਮਿਰਜ਼ਾਦਾ ਲੇਹੋ ਵਿਚਾਰੀ। ਔਰੰਗਜ਼ੇਬ ਜੀ ਇਹ ਤਾਂ ਬੇਮਰਜ਼ਾਦਾ ਜੀ ਵਾਲੀ ਗੱਲ ਹੈ, ਤੁਸੀਂ ਸੋਚ ਵਿਚਾਰ ਲਓ। ਸੁਨ ਸਿਆਨਨ ਤੇ ਬਾਹਰ ਬਖਾਨਾ। ਫਿਰ ਉਹ ਸਿਆਣੇ ਲੋਕਾਂ ਤੋਂ ਸੁਣ ਕੇ ਇਉਂ ਕਿਹਾ ਹੈ। ਚਾਏ ਚੜਾਵਹੁ ਕਰੀ ਮਹਾਨਾ। ਕਹਿੰਦੇ ਚੰਗਾ ਵੱਡੇ ਸਾਰੇ ਹਾਥੀ ਤੇ ਜਾ ਕੇ ਉਹਨੂੰ ਚੜਾ ਲਵੋ। ਪੁਰ ਕੇ ਜੇ ਦਵਾਦਸ ਦਰਵਾਜੇ। ਜਿਹੜੇ ਵੀ ਆ ਦਿੱਲੀ ਸ਼ਹਿਰ ਦੇ ਬਾਹਰਲੇ 12 ਦਰਵਾਜੇ ਹਨ। ਸਭ ਕਰ ਫੇਰ ਕਰਹੋ ਬਿਨ ਲਾਜੇ। ਸਾਰਿਆਂ ਦਰਵਾਜਿਆਂ ਵਿੱਚ ਫੇਰ ਕੇ ਇਹਨੂੰ ਕਹਿੰਦੇ ਲੱਜਿਆ ਤੋਂ ਇੱਜ਼ਤ ਵਿਰੋਧ ਤੋਂ ਰਹਿਤ ਕਰ ਦਿਓ। ਪੁਨ ਸਰਮਦ ਬਾਸਹਿ ਜਿਸ ਥਾਨ। ਦਿੱਲੀ ਸ਼ਹਿਰ ਦੇ ਜਿੱਥੇ ਉਹ ਸਰਮਦ ਫਕੀਰ ਬਸਦਾ ਹੈ, ਤਹ ਲੈ ਜਾਵਹੁ ਕਰਹੋ ਬਖਾਨ। ਉੱਥੇ ਉਹ ਫਕੀਰ ਦੇ ਕੋਲ ਜਾ ਕੇ ਤੇ ਇਸ ਨੂੰ ਫਿਰ ਜਾ ਕੇ ਆਖੋ। ਦੇ ਸਲਤਨ ਜੋ ਕਹਿਤ ਸਦੀਵ। ਕਹਿਣਾ ਵੀ ਜਿਹੜਾ ਤੂੰ ਹਮੇਸ਼ਾ ਕਹਿੰਦਾ ਰਹਿਣਾ ਵੀ ਮੈਂ ਦਾਰਸ਼ਕੋ ਨੂੰ ਬਹੁਤ ਵੱਡੀ ਅਵਨਾਸ਼ੀ ਪਾਤਸ਼ਾਹੀ ਦੇ ਦੇਣੀ ਹੈ। ਆਜ ਕਰਹਿ ਬਿਨ ਯਾ ਕੋ ਜੀਵ। ਸਰਬਦ ਨੂੰ ਕਹਿਣਾ ਵੀ ਤੂੰ ਤਾਂ ਕਹਿਣਾ ਮੈਂ ਪਾਤਸ਼ਾਹੀ ਦੇਣੀ, ਅੱਜ ਕਹਿੰਦੇ ਬਿਨਾ ਜਾਨ ਤੋਂ ਕਰ ਦੇਣਾ, ਅੱਜ ਉਹਨੂੰ ਮਾਰ ਦੇਣਾ ਹੈ। ਸੁਨਤ ਹੁਕਮ ਕੋ ਚਾਕਰ ਗਏ। ਇਸ ਤਰ੍ਹਾਂ ਔਰੰਗਜ਼ੇਬ ਤੋਂ ਹੁਕਮ ਸੁਣ ਕੇ ਦੇ ਨੌਕਰ ਚਾਕਰ ਗਏ ਹਨ। ਦਾਰਸ਼ ਕੋ ਹੋ ਬਿਲੋਕਤ ਭਏ। ਜਿੱਥੇ ਦਾਰਸ਼ ਕੋ ਸੀ ਉੱਥੇ ਜਾ ਵੇਖਿਆ ਹੈ। ਹਰਖ ਨਾ ਸ਼ੋਕ ਨਾ ਮਨ ਮਹਿ ਕੋਈ। ਪਦਾਰਥਾਂ ਦੇ ਜਾਣ ਕਰਕੇ ਸ਼ੋਕ ਨਹੀਂ, ਪਹਿਲਾਂ ਕੋਈ ਤੋਂ ਖੁਸ਼ੀ ਨਹੀਂ ਸੀ, ਮਨ ਵਿੱਚ ਬਿਲਕੁਲ ਖੁਸ਼ੀ ਗਮੀ ਹੈ ਹੀ ਨਹੀਂ ਇਸ ਦੇ। ਦੁੱਖ ਸੁਖ ਵੇਖੈ ਬ੍ਰਿਤੀ ਸਮ ਹੋਈ। ਦੁੱਖ ਵਿੱਚ ਤੇ ਸੁਖ ਦੇ ਵਿੱਚ ਬਿਰਤੀ ਇਹਦੀ ਇੱਕ ਸਮਾਨ ਹੋਈ ਹੋਈ ਹੈ। ਤੋਰੀ ਤਨ ਹੰਤਾ ਦ੍ਰਿੜ ਫਾਸ। ਦੇ ਨਾਲ ਜਿਹੜੀ ਕਹਿੰਦੇ ਬੜੀ ਪੱਕੀ ਫਾਹੀ ਹੰਗਤਾ ਦੀ ਪਈ ਇਹਨੇ ਤੋੜ ਦਿੱਤੀ ਹੋਈ ਹੈ। ਜਿਸ ਕੈ ਮਰਬੇ ਕੋ ਨਹਿ ਤਰਾਸ। ਜਿਸ ਦੇ ਮਨ ਦੇ ਵਿੱਚ ਮਰਨ ਦਾ ਕੋਈ ਡਰ ਭੈ ਹੈ ਹੀ ਨਹੀਂ। ਹਉਦੇ ਸਹਿਤ ਤਬੈ ਗਜ ਆਇਓ। ਹਉਦੇ ਦੇ ਸਮੇਤ ਜਦੋਂ ਇੱਕ ਹਾਥੀ ਆ ਗਿਆ ਹੈ। ਕਹਿ ਕੇ ਤਿਸ ਉਪਰ ਚੜਵਾਇਓ। ਦਾਰਸ਼ਕੋ ਨੂੰ ਕਹਿ ਕੇ ਤੇ ਹਾਥੀ ਉੱਪਰ ਚੜਵਾ
ਸੰਭਾਲਿਆ ਹੈ। ਸਿਰ ਪਰ ਬੰਦ ਸੇਹਰਾ ਦੀਨ, ਤੇ ਦਾਰਸ਼ਕੋ ਦੇ ਸੀਸ ਦੇ ਉੱਪਰ ਕਹਿੰਦੇ ਮੌਤ ਦਾ ਸਿਹਰਾ ਬੰਨ ਦਿੱਤਾ ਹੈ। ਮਾਰਨ ਹੁਕਮ ਸੁਨਾਵਨ ਕੀਨ, ਸਾਰਿਆਂ ਲੋਕਾਂ ਨੂੰ ਸੁਣਾਉਣਾ ਕੀਤਾ ਹੁਕਮ ਵੀ ਅੱਜ ਪਾਤਸ਼ਾਹ ਵੱਲੋਂ ਇਹਨੂੰ ਇਸ ਤਰ੍ਹਾਂ ਫਤਵਾ ਲਾ ਕੇ ਮਾਰ ਦੇ ਤਾਂ ਜਾਣਾ ਹੈ। ਪੁਰ ਸਾਗਰੇ ਮਹਿ ਹਾਹਾਕਾਰ, ਇਸ ਕਰਕੇ ਦਿੱਲੀ ਸ਼ਹਿਰ ਦੇ ਵਿੱਚ ਸਭ ਪਾਸੇ ਹਾਹਾਕਾਰ ਮਚ ਰਿਹਾ, ਹਾਲ ਦੁਹਾਈ ਪੈ ਰਹੀ ਹੈ। ਅਦਕ ਸ਼ੋਕ ਤੇ ਕਰਹਿ ਉਚਾਰ, ਬੜੇ ਲੋਕ ਸ਼ੋਕਮ ਡੁੱਬੇ ਹੋਏ ਵਿਚਾਰ ਕਰਦੇ ਉਚਾਰਦੇ ਇੱਕ ਦੂਸਰੇ ਨੂੰ। ਡਰਤ ਨ ਊਚੇ ਕਹੂੰ ਸੁਨਾਵੈ, ਰੰਗ ਜੇ ਉਤੋਂ ਡਰਦੇ ਕੋ ਉੱਚੀ ਕਹਿ ਕੇ ਕਿਸੇ ਨੂੰ ਸੁਣਾਉਂਦੇ ਵੀ ਨਹੀਂ ਹੈ। ਆਵ ਰੰਗ ਮਹਾ ਕੁਰੂ ਕੂਰ ਲਖ ਪਾਵੈ, ਜਿਹੜਾ ਰੰਗ ਜੇ ਵੈ ਬਹੁਤ ਕਰੜੇ ਸੁਭਾਅ ਵਾਲਾ ਉਹ ਜਾਣ ਪਾਉਂਦੇ। ਸੰਤਨ ਕਰਨਾ ਦਾਰਸ਼ ਕੋ ਹੋ, ਇਧਰ ਹੁਣ ਦਾਰਸ਼ਕੋ ਦੇ ਉੱਪਰ ਸਾਧੂ ਸੰਤਾਂ ਦੀ ਕਿਰਪਾ ਹੋਈ ਸੀ। ਧੀਰਜ ਸਹਿਤ ਨਿਰਭੈ ਔਰ ਹੋ ਹੈ ਧੀਰ ਸਹਿਰ ਦੇ ਵਿਚੈਨ ਕਹਿੰਦੇ ਨਿਰਭੈ ਹੋਇਆ ਹੈ। ਗਾਜ ਫੇਰਿਓ ਦਵਾਦਸ ਦਰਵਾਜੇ, ਦਿੱਲੀ ਦੇ 12 ਦਰਵਾਜ਼ਿਆਂ ਵਿੱਚ ਹਾਥੀ ਨੂੰ ਕਹਿੰਦੇ ਫੇਰਿਆ ਗਿਆ। ਲੇ ਗਮਨੇ ਜਹ ਸਰਮਦ ਰਾਜੇ, ਜਿੱਥੇ ਕਹਿੰਦੇ ਉਹ ਸਰਮਦ ਫਕੀਰ ਰਾਜੇ ਕੀ ਬਰਾਜ ਰਿਹਾ ਸੀ, ਬੈਠ ਰਿਹਾ ਸੀ, ਉੱਥੇ ਲੈ ਕੇ ਚਲੇ ਗਏ। ਆਵ ਰੰਗ ਕੋ ਤਬ ਹੁਕਮ ਸੁਨਾਇਓ, ਔਰੰਗਜ਼ੇਬ ਨੇ ਜਿਵੇਂ ਹੁਕਮ ਕੀਤਾ ਸੀ ਉਹ ਸਰਮਦ ਨੂੰ ਸੁਣਾਇਆ ਹੈ। ਦਾਰਸ਼ ਕੋ ਹੋ ਨਿਕਟ ਤੁਮ ਆਇਓ, ਕਹਿੰਦੇ ਉਹ ਸਰਮਦ ਫਕੀਰਾ ਦਾਰਸ਼ ਕੋ ਔਰੰਗਜ਼ੇਬ ਦਾ ਵੱਡਾ ਭਰਾ ਤੇਰੇ ਕੋਲ ਆ ਗਿਆ ਹੈ। ਬਖਸ਼ਤ ਸਲਤਨ ਜਿਸ ਹੈ ਹਮੇਸ਼, ਇਸ ਨੂੰ ਕਹਿੰਦੇ ਤੂੰ ਐਵੇਂ ਬਕਵਾਸ ਕਰਕੇ ਪਾਤਸ਼ਾਹੀ ਬਖਸ਼ਦਾ ਹੁੰਦਾ ਸੀ। ਸਭ ਮਹਿ ਵੱਡ ਕਹਾਏ ਦਰਵੇਸ਼, ਇਹ ਸਾਰਿਆਂ ਲੋਕਾਂ ਵਿੱਚ ਆਪਣੇ ਆਪ ਨੂੰ ਵੱਡਾ ਫਕੀਰ ਦਰਵੇਸ਼ ਕਹਾਉਣਾ ਹੈ ਤੂੰ। ਬੋਲਤ ਕੂਰ ਲਾਜ ਨਹਿ ਆਵਤ, ਉਹ ਸ਼ਰਮਦਾ ਤੂੰ ਝੂਠ ਬੋਲਦਾ, ਤੈਨੂੰ ਸ਼ਰਮ ਨਹੀਂ ਆਉਂਦੀ ਹੈ। ਸਲਤਨ ਕਿਤਹੋਂ ਪ੍ਰਾਨ ਅਬ ਜਾਵਤ, ਤੂੰ ਇਹਨੂੰ ਪਾਤਸ਼ਾਹੀ ਤਾਂ ਕੇ ਦੇਣੀ, ਅਜੇ ਦੇ ਪ੍ਰਾਣ ਵੀ ਚਲੇ ਜਾਣੇ। ਸੁਨ ਸਰਮਦ ਸਤ ਸੰਗੀ ਜਾਨ, ਆਹ ਸਵੇਰੇ ਇਹ ਜੀ ਗੱਲ ਸੁਣ ਕੇ ਜਿਹੜਾ ਸਰਮਦ ਸੀ ਸਤਸੰਗੀ ਹੈ ਸੀ ਆਪਣਾ ਹੋਏ ਆਇਓ ਮਨ ਪ੍ਰੇਮ ਮਹਾਨ, ਜਦੋਂ ਦਾਰਸ਼ਕੋ ਨੂੰ ਹਾਥੀ ਉੱਪਰ ਚੜਿਆ ਦੇਖਿਆ ਤੇ ਮੌਤ ਦਾ ਸਿਹਰਾ ਬੰਨਿਆ ਤੇ ਮਨ ਵਿੱਚ ਬੜਾ ਮੋਹ ਪ੍ਰੇਮ ਆਇਆ ਹੋਇਆ ਆ ਸਰਮਦ ਦੇ। ਵੇਖਤ ਬਿਲੋਚਨ ਜਲ ਭਰ ਆਏ, ਦਾਰਸ਼ਕੋ ਦੀ ਹਾਲਤ ਜੀ ਦੇਖ ਕੇ ਦੇ ਮਨ ਦੇ ਵਿੱਚ ਕਹਿੰਦੇ ਨੇਤਰਾਂ ਵਿੱਚ ਜਲ ਭਰਿਆ ਆਇਆ ਹੈ। ਨਹਿ ਸਨੇਹ ਤੇ ਬੋਲਿਓ ਜਾਏ, ਇੰਨਾ ਮੋਹ ਪ੍ਰੇਮ ਪਿਆਰ ਹੈ ਸਰਮਦ ਤੋਂ ਬੋਲਿਆ ਨਹੀਂ ਗਿਆ ਹੈ। ਦਾਰਸ਼ ਕੋ ਜਾਨ ਕਰ ਪ੍ਰੇਮ, ਉਸ ਵੇ ਦਾਰਸ਼ਕੋ ਨੇ ਸਰਮਦ ਦੇ ਮਨ ਦਾ ਪ੍ਰੇਮ ਜਾਣ ਕੇ ਤਾਰ ਸੇਹਰਾ ਬੋਲਿਓ ਏਮ, ਉਹ ਮੌਤ ਦਾ ਸਿਹਰਾ ਜਾ ਪਾਸੇ ਕਰਕੇ ਤੇ ਸਰਮਦ ਨੂੰ ਬੋਲਿਆ ਇਸ ਤਰ੍ਹਾਂ। ਪਠਨ ਸੁਨਨ ਆਰ ਭਾਖਨ ਕਰਨੋ, ਕਹਿੰਦੇ ਵੀ ਸਰਮਦ ਫਕੀਰ ਜੀ ਜਿਹੜਾ ਚੰਗੀਆਂ ਪੁਸਤਕਾਂ ਦਾ ਪੜ੍ਹਨਾ ਹੈ, ਸੁਣਨਾ ਹੈ ਤੇ ਵਿਚਾਰਨਾ ਹੈ। ਅਹੰ ਬ੍ਰਹਮ ਔਰ ਨਿਸ਼ਚੈ ਧਰਨੋ, ਇਹ ਕਮਾਈ ਕਰਕੇ ਹਿਰਦੇ ਵਿੱਚ ਮੇਰਾ ਆਤਮਾ ਬ੍ਰਹਮ ਸਰੂਪ ਹੈ, ਉਹ ਪੱਕਾ ਰਿਚਾ ਧਾਰਨਾ। ਇਸੀ ਸਮੇਂ ਕੇ ਕਾਰਜ ਹੇਤ, ਕਹਿੰਦੇ ਆ ਜਿਹੜਾ ਮੌਤ ਦਾ ਸਮਾਂ ਆ ਗਿਆ ਇਸੇ ਸਮੇਂ ਦੇ ਵਾਸਤੇ ਲਖੋ ਸੰਤ ਜੀ ਬਨਹੋ ਸੁਚੇ, ਐ ਸਰਮਦ ਸੰਤ ਜੀ ਜਾਣ ਲਓ ਤੇ ਜਾਣ ਕੇ ਸਾਵਧਾਨ ਹੋ ਜਾਓ। ਕਿਉਂ ਡੋਲੋ ਤਨ ਹੰਤਾ ਮਾਹੇ, ਆ ਸਰੀਰ ਦੀ ਹੰਗਤਾ ਵਿੱਚ ਪੈ ਕੇ ਸੀਰ ਦਾ ਇਹੋ ਜਿਹਾ ਹਾਲ ਦੇਖ ਕੇ ਕਿਉਂ ਤੁਸੀਂ ਡੋਲਦੇ ਹੋ, ਭਟਕਦੇ ਹੋ। ਕਿਰਪਾ ਆਪ ਕੀ ਤੇ ਮਿਟ ਜਾਹੇ, ਇਹ ਤਾਂ ਸਰੀਰ ਦੀ ਹੰਗਤਾ ਦਾ ਜਿਹੜਾ ਦੁੱਖ ਹੁੰਦਾ ਆਪਦੀ ਕਿਰਪਾ ਨਾਲ ਮਿਟ ਜਾਂਦਾ, ਤੁਸੀਂ ਕਿਉਂ ਹੋਏ ਇਸ ਤਰ੍ਹਾਂ ਦੁਖੀ ਹੋ ਰਹੇ ਹੋ। ਬਿਨ ਸੰਹਾਰ ਆਜ ਕੈ ਕਾਲੀ, ਇਹ ਸਰਮਦ ਸੰਤ ਜੀ ਇਹ ਜਿਹੜਾ ਸਰੀਰ ਹੈ ਅੱਜ ਜਾਂ ਕੱਲ ਨੂੰ ਨਾਸ ਹੋ ਜਾਣ ਵਾਲਾ ਹੀ ਹੈ। ਤਿਸ ਕੀ ਚਿੰਤਾ ਕਹਾ ਵਿਸਾਲੀ, ਇਹਦੀ ਮਹਾਨ ਭਲਾ ਚਿੰਤਾ ਭਲਾ ਕੀ ਕਰਨੀ ਹੈ, ਤੁਸੀਂ ਕੀ ਕਰੀ ਜਾ ਰਹੇ ਹੋ। ਸੁਨ ਧੀਰਜ ਧਾਰ ਸਰਮਦ ਬੋਲਾ, ਨਾ ਕਹਿੰਦੇ ਦਾਰਸ਼
ਦਾਰਸ਼ਕੋ ਦੇ ਇਸ ਬਚਨ ਸੁਣਗੇ ਧੀਰ ਧਾਰ ਕੇ ਫਿਰ ਸਰਮਦ ਬੋਲਿਆ। ਹਮਨੇ ਸਲਤਨ ਦੀਨ ਅਡੋਲਾ। ਲੋਕੋ ਸੁਣ ਲੋ, ਇਹ ਦਾਰਸ਼ਕੋ ਨੂੰ ਅਸੀਂ ਡੋਲਣ ਤੋਂ ਰਹਿਤ ਅਸਲੀ ਪਾਤਸ਼ਾਹੀ ਦੇ ਦਿੱਤੀ ਹੈ। ਜੋ ਕਿਸਹੂ ਤੇ ਜਾਏ ਨ ਛੀਨੀ। ਉਹ ਜੀ ਪਾਤਸ਼ਾਹੀ ਦੇ ਦਿੱਤੀ ਹੈ ਜਿਹੜੀ ਕਿਸੇ ਤੋਂ ਬਿਲਕੁਲ ਖੋਹੀ ਖਿੰਜੀ ਨਹੀਂ ਜਾ ਸਕੇਗੀ। ਆਖੈ ਸਦੀਵ ਥੀਵ ਦੁਖਹੀਨੀ। ਜੋ ਦੁੱਖਾਂ ਤੋਂ ਰਹਿਤ ਪਾਤਸ਼ਾਹੀ ਹੈ, ਹਮੇਸ਼ਾ ਨਾਸ ਤੋਂ ਰਹਿਤ ਅਖੈ ਹੈ। ਸਲਤਨ ਕੂਰ ਪਾਏ ਘਰ ਬਾਏ। ਐਵੇਂ ਕਹਿੰਦੇ ਰੰਗ ਜੇ ਝੂਠੀ ਮੁੱਠੀ ਪਾਤਸ਼ਾਹੀ ਪਾਲ ਕੇ ਹੰਕਾਰ ਜਾ ਕਰੀ ਜਾਂਦਾ ਹੈ। ਸੋ ਕੇ ਚਿਤ ਦਿਨ ਮਹਿ ਖਪ ਉਹ ਜਾਹੇ। ਝੂਠੀ ਪਾਤਸ਼ਾਹੀ ਰੰਗਜੇਬ ਦੀ ਕੁਝ ਦਿਨਾਂ ਨੂੰ ਖਪ ਜਾਏਗੀ, ਖਤਮ ਹੋ ਜਾਊਗਾ, ਬੁਰਾ ਹਾਲ ਹੋਊ ਇਸ ਦਾ। ਅਲਪ ਕਾਲ ਮਹਿ ਹਮ ਤਨ ਤਿਆਗ। ਫੇਰ ਦਰਸ਼ਕੋ ਨੂੰ ਕਹਿਣ ਲੱਗੇ, ਲੈ ਵੀ ਥੋੜੇ ਜੇ ਸਮੇਂ ਬਾਅਦ ਮੈਂ ਵੀ ਸਰੀਰ ਛੱਡ ਕੇ ਆਵਹਿ ਚੱਲੇ ਤੋਹਿ ਸੰਗ ਲਾਗ। ਕਹਿੰਦੇ ਮੈਂ ਵੀ ਇੱਥੋਂ ਚੱਲ ਕੇ ਤੇਰੇ ਕੋਲ ਹੀ ਆ ਜਾਣਾ ਹੈ। ਇਮ ਕਹਿ ਕਰਿਓ ਪਰਸ ਪਰ ਹੇਰਨ। ਆਪੋ ਵਿੱਚ ਹੀ ਕਹਿੰਦੇ ਕਿ ਇੱਕ ਦੂਸਰੇ ਨੂੰ ਪ੍ਰੇਮ ਨਾਲ ਵੇਖਣਾ ਕੀਤਾ ਹੈ। ਚੱਲਿਓ ਮਹਾਵਤ ਕਰ ਗਜ ਪ੍ਰੇਰਨ। ਉਧਰ ਜਿਹੜਾ ਮਹੌਤ ਹਾਥੀ ਨੂੰ ਪ੍ਰੇਰਦਾ ਹੋਇਆ ਅੱਗੇ ਨੂੰ ਚੱਲ ਪਿਆ ਹੈ। ਜਾਏ ਉਤਾਰਿਓ ਦਾਰਸ਼ ਕੋ ਹੋ। ਜਿੱਥੇ ਰੰਗਜੇਬ ਹੈ ਸੀ ਉੱਥੇ ਦਾਰਸ਼ਕੋ ਨੂੰ ਜਾ ਕੇ ਹਾਥੀ ਤੋਂ ਹੇਠਾਂ ਲਾਇਆ। ਸੰਤ ਸਰੂਪ ਨ ਜਿਸ ਕੇ ਮੋਹ। ਹੁਣ ਜਿਹੜਾ ਦਾਰਸ਼ਕੋ ਹੈ ਤਾਂ ਸੰਤ ਸਰੂਪ ਹੋਇਆ ਕੋਈ ਕਹਿੰਦੇ ਮੋਈ ਨਹੀਂ ਇਸ ਨੂੰ। ਨਿਰਦਿਆਲੂ ਜਿਹ ਨਰਕ ਸਥਾਨ। ਕਹਿੰਦੇ ਨਿਰਦਿਆਲੂ ਜਿਹੜਾ ਨਿਰਦਈ ਹੈ ਨਾ, ਜਿਹੜਾ ਚੰਡਾਲ ਹੈ ਜਿਹਨੂੰ ਨਰਕਾਂ ਵਿੱਚ ਸਥਾਨ ਮਿਲੇਗਾ। ਬਹੁਤ ਤੀਖਨ ਲੈ ਹਾਥ ਕਿਰਪਾਨ। ਉਹ ਜੇ ਚੰਡਾਲ ਨੇ ਜਦਾਲ ਨੇ ਹੱਥਾਂ ਵਿੱਚ ਤਿੱਖੀ ਧਾਰ ਵਾਲੀ ਕਿਰਪਾਨ ਜੀ ਲੈ ਕੇ ਮਾਰ ਉਤਾਰਿਓ ਸਿਰ ਧਰ ਹੂੰ ਤੇ। ਤਲਵਾਰ ਜੀ ਮਾਰ ਕੇ ਜਿਹੜਾ ਸਿਰ ਹੈ ਧਰ ਤੋਂ ਕਹਿੰਦੇ ਵੱਖਰਾ ਕਰ ਦਿੱਤਾ, ਲਾ ਦਿੱਤਾ। ਨਿਕਸਿਓ ਸ਼ਬਦ ਤਬ ਹੈ ਔਰ ਹੂੰ ਤੇ। ਵੀ ਆਪਣੇ ਹਿਰਦੇ ਅੰਦਰੋਂ ਦਾਰਸ਼ਕੋ ਦੇ ਇਹੀ ਲਫ਼ਜ਼ ਨਿਕਲਿਆ ਹੈ। ਅਹੰ ਬ੍ਰਹਮ ਹੀ ਲੋਕਨ ਸੁਨਿਓ। ਸਾਰੇ ਲੋਕਾਂ ਨੇ ਸੁਣਿਆ ਵੀ ਅਹੰ ਬ੍ਰਹਮ ਮੇਰਾ ਆਤਮਾ ਬ੍ਰਹਮ ਸਰੂਪ ਹੈ। ਨਿਸ਼ਚੈ ਪਾਕੋ ਸਭ ਨੇ ਗੁਣਿਓ। ਸਭ ਲੋਕਾਂ ਨੇ ਸੁਣਿਆ ਤੇ ਵਿਚਾਰਿਆ ਵੀ ਦਾਰਸ਼ਕੋ ਦਾ ਜਿਹੜਾ ਭਰੋਸਾ ਬਿਲਕੁਲ ਪੱਕਾ ਹੈ। ਵੱਡੋ ਭਰਾਤ ਇਮ ਕਹਿ ਕੇ ਮਾਰਿਓ। ਕਵੀ ਜੀ ਕਹਿੰਦੇ ਇਸ ਤਰ੍ਹਾਂ ਜਿਹੜਾ ਵੱਡਾ ਭਰਾ ਸੀ ਨਾ ਉਹ ਫੜ ਕੇ ਦਾਰਸ਼ਕੋ ਔਰੰਗਜ਼ੇਬ ਨੇ ਮਰਵਾ ਦਿੱਤਾ। ਕਰੇ ਪਾਪ ਪਰ ਲੋਕ ਵਿਗਾਰਿਓ। ਐਡੇ ਵੱਡੇ ਵੱਡੇ ਪਾਪ ਕੀਤੇ ਜਿਹਦੇ ਨਾਲ ਨੇ ਪਰਲੋਕ ਵਿਗਾੜ ਲਿਆ। ਅਪਰ ਭਰਾਤ ਦੋਏ ਛਲ ਕਰ ਮਾਰੇ। ਹੋਰ ਜਿਹੜੇ ਦੋ ਵੱਡੇ ਭਰਾ ਸੀ, ਇੱਕ ਛੋਟਾ ਸੀ ਸੁਜਾ ਮੁਹੰਮਦ ਵੱਡਾ ਸੀ, ਉਹ ਵੀ ਛਲ ਫਰੇਬ ਕਰਕੇ ਇੱਕ ਨੂੰ ਜ਼ਹਿਰ ਲਾ ਕੇ ਦੂਜੇ ਨੂੰ ਇਸ ਤਰ੍ਹਾਂ ਜ਼ਹਿਰੀਲੀ ਖੁਰਾਕ ਖਵਾ ਕੇ ਮਰਵਾ ਦਿੱਤਾ ਸੀ। ਰਾਜ ਹੇਤ ਕੀਨਸ ਅਗ ਭਾਰੇ। ਕਹਿੰਦੇ ਆ ਰਾਜ ਭਾਗ ਵਾਸਤੇ ਭਰਾਵਾਂ ਨੂੰ ਮਰਵਾਉਣ ਦੇ ਵੱਡੇ ਵੱਡੇ ਰੰਗਜੇਬ ਨੇ ਪਾਪ ਕੀਤੇ। ਜਹ ਕਹਿ ਕਰੀ ਕੁਮਤ ਵੱਡ ਪਾਪੀ। ਇਹ ਵੱਡੇ ਪਾਪੀ ਨੇ ਜਿੱਥੇ ਕਿਥੇ ਕਹਿੰਦੇ ਖੋਟੀ ਹੀ ਮਤ ਕੀਤੀ। ਦਰਵੇਸ਼ਨ ਅਰ ਸੰਤ ਸਰਾਪੀ। ਦਰਵੇਸ਼ਾਂ ਨੂੰ ਅਤੇ ਸਾਧੂਆਂ ਦਾ ਕਹਿੰਦੇ ਸਰਾਪਿਆ ਹੋਇਆ ਸੀ ਔਰੰਗਜ਼ੇਬ। ਕਥਾ ਸੁਨਤ ਸਰੋਤਾ ਸਾਵਧਾਨ। ਜਿਹੜੇ ਸਰੋਤੇ ਸੀ ਜਦੋਂ ਕਹਿੰਦੇ ਸਰਮਦ ਦੀ ਕਥਾ ਜੀ ਥੋੜੀ ਜੀ ਸੁਣੀ ਉਹ ਸਾਵਧਾਨ ਹੋਏ। ਸਰਮਦ ਕਥਾ ਸੁਣੀ ਜਬ ਕਾਨ। ਜਦੋਂ ਭਾਈ ਸਾਹਿਬ ਭਾਈ ਰਾਮ ਕੌਰ ਜੀ ਦੇ ਪਾਸੋਂ ਸਰਮਦ ਦੀ ਕਥਾ ਕੰਨਾਂ ਵਿੱਚ ਸੁਣੀ ਹੈ। ਪੂਜਨ ਕਰਿਓ ਕੌਣ ਇਹ ਭਇਓ। ਸਰੋਤਿਆਂ ਨੇ ਪੁੱਛਣਾ ਕੀਤਾ ਹੈ ਭਾਈ ਸਾਹਿਬ ਭਾਈ ਰਾਮ ਕੌਰ ਜੀ ਸਰਮਦ ਜਿਹੜਾ ਫਕੀਰ ਦਰਵੇਸ਼ ਇਹ ਕੌਣ ਹੋਇਆ ਹੈ। ਕਿਮ ਖੁਦਾਏ ਕੋ ਮਾਰਗ ਲਿਓ। ਇਸ ਤਰ੍ਹਾਂ ਇਹਨੇ ਕਹਿੰਦੇ ਖੁਦਾ ਦੇ ਜਾਂ ਪ੍ਰਾਪਤੀ ਦਾ ਰਸਤਾ ਲਿਆ ਸੀ ਕਿਸੇ ਤੋਂ। ਸੁਨ ਸਰੋਤਨ ਤੇ ਪ੍ਰਸ਼ਨ ਵਿਸਾਲਾ। ਇਹ ਕਥਾ ਸੁਣਨ ਵਾਲੇ ਸਰੋਤਿਆਂ ਸਿੰਘਾਂ ਤੋਂ ਮਹਾਨ ਪ੍ਰਸ਼ਨ ਸੁਣ ਕੇ ਸਰਮਦ ਕੀ ਜਿਮ ਕਥਾ ਰਸਾਲਾ। ਜਿਹੜਾ ਸਰਮਦ ਫਕੀਰ ਹੈ ਜਿਵੇਂ ਦੀ ਸੋਹਣੀ ਕਥਾ
ਕਥਾ ਸੁੰਦਰ ਹੈ ਸੀ। ਕਰੀ ਸੁਨਾਵਨ ਜਿਸ ਬਿਦ ਭਇਓ। ਇਸ ਤਰ੍ਹਾਂ ਕਹਿੰਦੇ ਸਰਮਦ ਫਕੀਰ ਹੋਇਆ, ਉਹ ਸਾਰੀ ਸਰੋਤਿਆਂ ਨੂੰ ਸਿੰਘਾਂ ਨੂੰ ਕਥਾ ਭਾਈ ਸਾਹਿਬ ਰਾਮ ਕੌਰ ਨੇ ਸੁਣਾਉਣਾ ਕੀਤੀ। ਜਿਮ ਆਵ ਰੰਗ ਮਰ ਵਾਵਨ ਕੀਓ। ਫਿਰ ਜਿਵੇਂ ਔਰੰਗਜ਼ੇਬ ਨੇ ਇਹ ਸਰਮਦ ਨੂੰ ਵੀ ਮਰਵਾਉਣਾ ਕੀਤਾ ਸੀ। ਸੰਤ ਪਨੋ ਸੰਤਨ ਕੋ ਜਿਸ ਮਾਹੈ। ਸੰਤ ਆਪਣੋ ਸੰਤਨ ਕਾ ਜਿਸ ਮੈਂ, ਜਿਸ ਕਥਾ ਨੂੰ ਸੁਣ ਕੇ ਸੰਤਾਂ ਦੇ ਅੰਦਰ ਸੰਭਲੀ ਪ੍ਰਕਾਰ ਤਪਣਾ ਹੋਇਆ। ਪਾਪਨ ਕੋ ਵੱਡ ਪਾਪ ਅਹੈ ਜਿਹੇ। ਜਿਸ ਦੇ ਵਿੱਚ ਪਾਪਾਂ ਵਿੱਚੋਂ ਵੀ ਬਹੁਤ ਵੱਡਾ ਪਾਪ ਹੋਇਆ ਹੈ। ਸੁਨ ਕਰ ਸਿੱਖ ਭਲੋ ਔਰ ਧਾਰੈ। ਕਹਿੰਦੇ ਇਹੋ ਜੀ ਕਥਾ ਸੁਣ ਕੇ ਜੇ ਸਿੱਖ ਆਪਣੇ ਹਿਰਦੇ ਵਿੱਚ ਚੰਗੀ ਤਰ੍ਹਾਂ ਧਾਰਨ ਕਰ ਲੈਣਗੇ, ਨਹਿ ਸਾਧਨ ਕੋ ਕਬ ਤ੍ਰਿਸਕਾਰੈ। ਉਹ ਵੀ ਜਿਹੜੇ ਚੰਗੇ ਸਾਧੂ ਸੰਤ ਹੈ ਉਹਨਾਂ ਦਾ ਕਦੇ ਨਿਰਾਦਰ ਨਹੀਂ ਕਰਨਗੇ ਤੇ ਉਹਨਾਂ ਨੂੰ ਇਸ ਤਰ੍ਹਾਂ ਦੀ ਹਾਲਤ ਵਿੱਚ ਲਿਆ ਕੇ ਨਹੀਂ ਮਾਰਨਗੇ ਜਿਸ ਤਰ੍ਹਾਂ ਔਰੰਗਜ਼ੇਬ ਨੇ ਮਾਰਿਆ, ਪਾਪੀ ਬਣਿਆ ਤੇ ਅਖੀਰੀ ਭੈੜੀ ਕਮੌਤੇ ਮਰਿਆ। ਉਹ ਜਿਵੇਂ ਸਾਰੀ ਇਹ ਸਰਮਦ ਦੀ ਪਹਿਲੀ ਕਥਾ ਭਾਈ ਸਾਹਿਬ ਭਾਈ ਰਾਮ ਕੌਰ ਜੀ ਨੇ ਸਿੰਘਾਂ ਨੂੰ ਸੁਣਾਈ ਸੀ, ਉਸੇ ਦਾ ਲੱਥਾ ਕਵੀ ਸੰਤੋਖ ਸਿੰਘ ਜੀ ਨੇ ਸੋਹਣਾ ਛੰਦਾਬੰਦੀ ਵਿੱਚ ਕੀਤਾ ਹੈ। ਜਿਵੇਂ ਉਹ ਸਰਮਦ ਦੀ ਕਥਾ, ਉਹਦਾ ਸਾਰਾ ਪ੍ਰਸੰਗ ਕੱਲ ਦੇ ਦੀਵਾਨ ਵਿੱਚ ਆਪਾਂ ਪ੍ਰਾਰੰਭ ਕਰਾਂਗੇ, ਸੁਣਾਂਗੇ। ਜਿਵੇਂ ਸਰਮਦ ਫਕੀਰ ਨੂੰ ਵੀ ਅਖੀਰ ਵੀ ਇਹ ਦਾਰਸ਼ਕ ਉਹਦਾ ਪੱਖੀ ਹੈ, ਐਵੇਂ ਫਤਵਾ ਜਿਹਾ ਲਵਾ ਕੇ ਉਹ ਫਕੀਰ ਨੂੰ ਵੀ ਮਰਵਾ ਦਿੱਤਾ ਸੀ। ਇਹ ਤੋਂ ਬਗੈਰ ਹੋਰ ਜਿਹੜੇ ਕੋਈ ਪੀਰ ਫਕੀਰ ਜਿਵੇਂ ਔਰੰਗਜ਼ੇਬ ਨੇ ਮਰਵਾਏ, ਉਹ ਸਾਰੇ ਪ੍ਰਸੰਗ ਲੜੀਵਾਰ ਆਉਣਗੇ। ਉਹ ਆਪਾਂ ਅੱਗੇ ਸਰਵਣ ਕਰਾਂਗੇ। ਹੁਣ ਸਮਾਂ ਉੱਪਰੀ ਜਾ ਰਿਹਾ ਹੈ, ਇੱਥੇ ਸਮਾਪਤੀ ਹੈ ਜੀ। ਸੰਤ ਆਪਨੋ ਸੰਤਨ ਕੋ ਜਿਸ ਮਹਿ। ਪ੍ਰਾਪਤ ਕੋ ਵੱਡ ਪਾਪ ਅਹੈ ਜਿਹੇ। ਸੁਨ ਕਰ ਸਿੱਖ ਭਲੋ ਔਰ ਧਾਰੈ। ਨਹਿ ਸਾਧਨ ਕੋ ਕਬ ਤ੍ਰਿਸਕਾਰੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।